ਮੈਂ ਆਪਣੇ ਪ੍ਰਭੂ ਨਾਲ ਮਿਲਣੀ ਲਈ ਤਿਆਰ ਹਾਂ। ਇਹ ਵੱਖਰੀ ਗੱਲ ਹੈ ਕਿ ਮੇਰਾ ਕਰਤਾਰ ਮੇਰੀ ਕਰੜੀ ਪ੍ਰੀਖਿਆ ਲਈ ਤਿਆਰ ਹੋਵੇਗਾ ਜਾਂ ਨਹੀਂ। ਜਨਵਰੀ 8 1966। ਦੀਪਕ ਘੋਸ਼ ਦੇ ਦਫ਼ਤਰ ਵਿੱਚ ਦੋ ਅਸਚਰਜ ਸੂਚਨਾਵਾਂ ਮੇਰੀ ਉਡੀਕ ਕਰ ਰਹੀਆਂ ਸਨ। ਪਹਿਲਾ ਪੱਤਰ ਪੱਛਮੀ ਬੰਗਾਲ ਦੇ ਉਪ ਸਕੱਤਰ ਗ੍ਰਹਿ ਵਿਭਾਗ ਵੱਲੋਂ ਸੀ, ਜਿਸ ਵਿੱਚ ਮੇਰੀ ਨਿਯੁਕਤੀ ਉਪ ਮੰਡਲ ਪੁਲਿਸ ਅਫਸਰ ਕਾਲਮਪੋਗ ਵੱਲੋਂ ਕੀਤੀ ਗਈ ਸੀ। ਮੈਂ ਸ਼੍ਰੀ ਗੋਸਾਈ ਦੀ ਥਾਂ ਪੂਰਤੀ ਕਰਨੀ ਸੀ, ਜਿਸ ਨੂੰ ਤਰੱਕੀ ਦੇ ਕੇ ਜਲਪਾਈਗੁੜੀ ਨਿਯੁਕਤ ਕੀਤਾ ਗਿਆ ਸੀ। ਇਹ ਇੱਕ ਚੰਗੀ ਖਬਰ ਸੀ। ਕਾਲਿਮਪੋਗ ਮੇਰੇ ਸੁਪਨਿਆਂ ਦਾ ਪਹਾੜੀ ਸਥਾਨ ਸੀ ਤੇ ਉੱਥੇ ਮੇਰੀ ਹੀ ਭਾਰਤੀ ਪ੍ਰਬੰਧਕੀ ਸੇਵਾ ਦੇ ਪੂਰ ਦਾ ਸਾਥੀ ਦੀਪਕ ਘੋਸ਼ ਹੁਣੇ ਉਪ ਮੰਡਲ ਅਫਸਰ ਮਾਲ ਅਤੇ ਨਿਆਂ ਵਿਭਾਗ ਵੱਲੋਂ ਨਿਯੁਕਤ ਹੋਇਆ ਸੀ। ਅਸੀਂ ਇਕੱਠੇ ਹੀ ਸੇਵਾ ਵਿੱਚ ਆਏ ਤੇ ਭਾਰੀ ਪ੍ਰਬੰਧਕੀ ਸੇਵਾ ਅਕਾਦਮੀ ਮਸ਼ਹੂਰੀ ਵਿੱਚ ਇਕੱਠਿਆਂ ਹੀ ਸਿਖਲਾਈ ਦਾ ਕੁਝ ਸਮਾਂ ਗੁਜ਼ਾਰਿਆ। ਅਸੀਂ ਪੱਕੇ ਯਾਰ ਤਾਂ ਨਹੀਂ ਸੀ, ਪਰ ਇਹ ਜਾਣ ਕੇ ਮੈਨੂੰ ਖੁਸ਼ੀ ਸੀ ਕਿ ਮੈਂ ਉਧਰ ਤੇ ਅਣਜਾਣ ਮਾਹੌਲ ਵਿੱਚ ਨਹੀਂ ਹੋਵਾਂਗਾ। ਦੂਸਰਾ ਪੱਤਰ ਪ੍ਰਿੰਸੀਪਲ ਪੁਲਿਸ ਟ੍ਰੇਨਿੰਗ ਕਾਲਜ ਬੈਰਕਪੁਰ ਤੋਂ ਸੀ। ਇਸ ਵਿੱਚ ਮੈਨੂੰ DIG ਉੱਤਰੀ ਹਲਕਾ ਸਾਹਮਣੇ ਤਲਵਾਰਬਾਜ਼ੀ ਦੀ ਅੰਤਰਲੀ ਪ੍ਰੀਖਿਆ ਲਈ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਗਿਆ ਸੀ। ਮੇਰਾ ਖਿਆਲ ਸੀ ਕਿ ਮੈਂ ਇਹ ਰਸਮੀ ਕਵਾਇਦ ਮਾਊਂਟ ਆਬੂ ਵਿੱਚ ਹੀ ਪੂਰੀ ਕਰ ਲਈ ਸੀ, ਪਰ ਮੈਨੂੰ ਦੱਸਿਆ ਗਿਆ ਸੀ ਕਿ ਕਿਸੇ ਲਿਖਤੀ ਪ੍ਰਮਾਣ ਦੇ ਅਭਾਵ ਵਿੱਚ ਪ੍ਰੀਖਿਆ ਪਾਸ ਕਰਨ ਤੋਂ ਬਿਨਾਂ ਕੋਈ ਉਪਾਅ ਜਾਂ ਚਾਰਾ ਨਹੀਂ ਸੀ। ਦੀਪਕ ਇੱਕ ਵਾਰ ਫੇਰ ਮੇਰੀ ਸਹਾਇਤਾ ਲਈ ਦੌੜਿਆ। ਉਸਨੇ ਪੁਲਿਸ ਮਾਲਖਾਨੇ ਚੋਂ ਮੇਰੇ ਲਈ ਉਪਚਾਰਕ ਰੀਤੀ ਲਈ ਤਲਵਾਰ ਮੰਗਵਾ ਲਈ ਤੇ ਰਾਜ ਪੁਲਿਸ ਬਲ ਤੋਂ JCO ਦੀਆਂ ਸੇਵਾਵਾਂ ਪ੍ਰਾਪਤ ਕਰ ਲਈਆਂ। ਮੈਂ ਪ੍ਰੀਖਿਆ ਲਈ 12 ਜਨਵਰੀ ਨੂੰ ਹਾਜ਼ਰ ਹੋਣਾ ਸੀ। ਮੇਰੇ ਕੋਲ ਵਿਧੀ ਅਨੁਸਾਰ ਤਲਵਾਰਬਾਜ਼ੀ ਦੇ ਗੁੰਝਲਦਾਰ ਗਿਆਨ ਨੂੰ ਚਮਕਾਉਣ ਲਈ ਤੇ ਤਾਜ਼ਾ ਕਰਨ ਲਈ 2 ਦਿਨ ਹੀ ਬਾਕੀ ਸਨ। ਤਲਵਾਰਬਾਜ਼ੀ ਦੀ ਕਵਾਇਦ ਤੇ ਤਾਣੇ ਬਾਣੇ ਦਾ ਪ੍ਰਬੰਧ ਲਾਲ ਇੱਟਾਂ ਵਾਲੇ ਬਸਤੀਵਾਦੀ ਯੁੱਗ ਦੇ ਮਹਿਲ ਵਿੱਚ ਕੀਤਾ ਗਿਆ ਸੀ, ਜਿਹੜਾ DIG ਦੇ ਦਫ਼ਤਰ ਤੇ ਰਿਹਾਇਸ਼ ਕਾਰਨ ਦੁੱਗਣਾ ਵੱਡਾ ਹੋ ਗਿਆ ਸੀ। ਮੈਨੂੰ ਸਫੇਦ ਲਕੀਰ ਉੱਤੇ ਖੜਾ ਕੀਤਾ ਗਿਆ ਤੇ ਸੂਬੇਦਾਰ ਨੇ ਕੁਝ ਵਿਸ਼ੇਸ਼ ਆਦੇਸ਼ ਮੈਨੂੰ ਤਲਵਾਰਬਾਜ਼ੀ ਦੀ ਕਿਰਿਆ ਬਾਰੇ ਜਾਣਕਾਰੀ ਦੇਣ ਲਈ ਦਿੱਤੇ। DIG ਪੂਰੇ 10 ਵਜੇ ਬਿਗਲ ਦੀ ਆਵਾਜ਼ ਨਾਲ ਹੀ ਕਦਮ ਮਿਲਾਉਂਦਾ ਆ ਗਿਆ। ਉਹ ਇੱਕ ਮਨੋਨੀਤ ਨਿਸ਼ਾਨ ਵਾਲੀ ਥਾਂ ਤੇ ਆ ਕੇ ਖਲੋ ਗਿਆ ਤੇ ਮੈਂ ਤਲਵਾਰ ਉੱਚੀ ਕਰਨ ਨੀਵੀਂ ਕਰਨ ਤੇ ਤਲਵਾਰ ਚਮਕਾਉਣ ਦੀ ਕਿਰਿਆ ਕਰਦਾ ਰਿਹਾ। ਇਹ ਕਵਾਇਦ ਕਰਨ ਵਿੱਚ ਮੈਨੂੰ ਪੂਰੇ 7 ਮਿੰਟ ਲੱਗੇ ਤੇ ਫਿਰ ਉੱਚ ਪਦ ਵਾਲਾ DIG ਭਵਨ ਦੇ ਅੰਦਰ ਚਲਾ ਗਿਆ। ਅਸੀਂ ਵੀ ਜਾਣ ਦੀ ਤਿਆਰੀ ਕਰਨ ਲੱਗੇ। ਇੱਕ ਸੁੰਦਰ ਜਿਹੀ ਮੁਟਿਆਰ ਲੜਕੀ, ਜਿਸ ਦਾ ਕੱਦ ਲਗਭਗ 5 ਫੁੱਟ ਸੀ, ਘਰ ਚੋਂ ਭੱਜ ਕੇ ਬਾਹਰ ਆਈ ਤੇ ਚਾਹ ਲਈ ਨਿਮੰਤਰਣ ਦਿੰਦਿਆਂ ਕਹਿਣ ਲੱਗੀ, ਕਿਰਪਾ ਕਰਕੇ ਤੁਸੀਂ ਚਾਹ ਦੀ ਪਿਆਲੀ ਪੀ ਕੇ ਜਾਣ ਦੀ ਖੇਚਲ ਕਰਨੀ। ਅਸੀਂ ਹੈਰਾਨ ਰਹਿ ਗਏ। ਸਾਨੂੰ ਸਭ ਤੋਂ ਉੱਚੇ ਅਧਿਕਾਰੀ ਦੇ ਘਰ ਤੋਂ ਚਾਹ ਦੀ ਉਮੀਦ ਨਹੀਂ ਸੀ ਤੇ ਉਸ ਸੁੰਦਰ ਲੜਕੀ ਰਾਹੀਂ ਸੱਦੇ ਨੇ ਮੇਰੇ ਤੌਖਲੇ ਨੂੰ ਹੋਰ ਵਧਾ ਦਿੱਤਾ। ਪਰ ਮੇਰਾ ਡਰ ਨਿਰਾਧਾਰ ਸੀ। ਪਿੱਛੋਂ ਮੈਨੂੰ ਪਤਾ ਲੱਗਾ ਕਿ ਸੱਦਾ ਪੱਤਰ DIG ਦੀ ਪਤਨੀ ਤੇ ਉਸਦੀ ਵੱਡੀ ਲੜਕੀ ਵੱਲੋਂ ਸੀ। ਇਹ ਉਹ ਕੁੜੀ ਸੀ ਜਿਸ ਨੂੰ ਲੈ ਕੇ ਮੈਂ ਆਪਣੇ ਸੁਪਨਿਆਂ ਦੀ ਸਤਰੰਗੀ ਪੀਂਘ ਚਿੱਤਰਨੀ ਸ਼ੁਰੂ ਕੀਤੀ ਸੀ। ਸਾਨੂੰ ਪਿਲਾਈ ਗਈ ਦਾਰਜਲਿੰਗ ਚਾਹ ਬਿਲਕੁਲ ਬੇਜੋੜ ਸੀ ਤੇ ਨਾਲ ਬੜੀ ਸਵਾਦੀ ਪੇਸਟਰੀ ਸੀ ਤੇ ਪਰਦੇ ਪਿੱਛੇ ਸਨ ਆਕਰਸ਼ਕ ਨੈਣ। ਭਿਅੰਕਰ ਤਲਵਾਰਬਾਜ਼ੀ ਦਾ ਅੰਤ ਪ੍ਰੇਮ ਨਿਗਾਹ ਦੀ ਮਿਲਣੀ ਨਾਲ ਹੋਇਆ। ਅੱਗੇ ਚੱਲਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਮੈਂ ਭਾਰਤੀ ਪੁਲਿਸ ਸੇਵਾ ਵਿੱਚ, ਜੋ ਕਿ ਇੱਕ ਪ੍ਰਤਿਗਿਆਨਬੱਧ ਤੇ ਸੰਵਿਧਾਨਿਕ ਸੇਵਾ ਹੈ, ਬੜੀ ਝਿਜਕ ਨਾਲ ਹੀ ਸ਼ਾਮਲ ਹੋਇਆ ਸੀ। ਮੈਂ ਬਚਪਨ ਤੋਂ ਆਪਣੇ ਆਲੇ ਦੁਆਲੇ ਦੇ ਜੀਵਨ ਅਤੇ ਗਤੀਵਿਧੀਆਂ ਵਿੱਚ ਡੂੰਘੀ ਦਿਲਚਸਪੀ ਲੈਂਦਾ ਰਿਹਾ ਸੀ, ਭਾਵੇਂ ਇਹ ਫੁੱਟਬਾਲ ਤੇ ਕ੍ਰਿਕਟ ਦੇ ਮੈਦਾਨ ਸਨ ਜਾਂ ਨਗਾਰੇ ਤੇ ਚੋਟ ਲਾਉਣ ਦੀ ਕਿਰਿਆ ਜਾਂ ਆਲੇ ਦੁਆਲੇ ਦੀਆਂ ਸਮਾਜਿਕ ਘਟਨਾਵਾਂ ਸਨ। ਮੈਂ ਹਰ ਖੇਤਰ ਵਿੱਚ ਸਰਗਰਮ ਹੁੰਦਾ ਸੀ। ਮੈਨੂੰ ਕਦੇ ਵੀ ਕੋਈ ਅਨੁਸ਼ਾਸਿਤ ਬਾਲਕ ਨਹੀਂ ਸਮਝਦਾ ਸੀ। ਪੁਲਿਸ ਬਲ ਦਾ ਮੇਰਾ ਮਨ ਵਿੱਚ ਕੋਈ ਚੰਗਾ ਸਥਾਨ ਨਹੀਂ ਸੀ ਤੇ ਨਾ ਹੀ ਖੁਸ਼ੀਆਂ ਭਰੀਆਂ ਯਾਦਾਂ ਨਹੀਂ ਸਨ।
ਬਰਤਾਨਵੀ ਪੁਲਿਸ ਵੇਲੇ ਮੇਰੇ ਪਿਤਾ ਨੂੰ ਵਾਰ-ਵਾਰ ਤਸੀਹੇ ਦਿੱਤੇ ਗਏ ਸਨ ਤੇ ਸੁਤੰਤਰਤਾ ਸੰਗਰਾਮ ਵਿੱਚ ਹਿੰਸਕ ਕਾਰਵਾਈਆਂ ਵਿੱਚ ਹਿੱਸਾ ਲੈਣ ਕਾਰਨ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ। ਮੇਰਾ ਖਿਆਲ ਸੀ ਕਿ ਮੈਂ ਪੱਤਰਕਾਰਤਾ ਜਾਂ ਅਧਿਆਪਕ ਦੇ ਕਾਰਜਾਂ ਲਈ ਹੀ ਬਣਿਆ ਸੀ। ਮੈਂ ਕਵਿਤਾਵਾਂ ਤੇ ਕਹਾਣੀਆਂ ਬਚਪਨ ਤੋਂ ਹੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ 1954 ਵਿੱਚ ਹੀ 10ਵੀਂ ਪਾਸ ਕਰਨ ਵੇਲੇ ਇੱਕ ਬੰਗਾਲੀ ਨਾਵਲ ਬੇਜ਼ਮਾ ਭਾਵ ਹਰਾਮਜ਼ਾਦਾ ਲਿਖ ਲਿਆ ਸੀ। ਇਸ ਦੀ ਕਹਾਣੀ ਉੱਤਰੀ ਬੰਗਾਲ ਦੇ ਚਾਹ ਬਾਗਾਂ ਦੀ ਪਿੱਠ ਭੂਮੀ ਵਿੱਚ ਰੱਖ ਕੇ ਲਿਖੀ ਗਈ ਸੀ। ਪਰ ਇਹ ਪ੍ਰਕਾਸ਼ਕ ਕੋਲ ਨਾ ਜਾ ਸਕੀ ਕਿਉਂਕਿ ਇੱਕ ਦਿਨ ਮੇਰੇ ਵੱਡੇ ਭਰਾ ਨੇ ਕਿਸ਼ੋਰ ਅਵਸਥਾ ਦੀਆਂ ਬਾਲਗ ਗਤੀਵਿਧੀਆਂ ਵਾਲੇ ਵਿਵਰਜ ਤੇ ਨਾਜਾਇਜ਼ ਕਾਰਜ ਵਿੱਚ ਲਿਪਤ ਹੋਣ ਕਾਰਨ ਮੈਨੂੰ ਬੜੀ ਤੌਣੀ ਲਾਈ। ਉਹਨੇ ਮੇਰੇ ਖਰੜੇ ਦਾ ਕੁਝ ਭਾਗ ਨਸ਼ਟ ਵੀ ਕਰ ਦਿੱਤਾ ਸੀ। ਬਾਕੀ ਬਚ ਰਹੇ ਖਰੜੇ ਦਾ ਕੁਝ ਭਾਗ ਅਜੇ ਵੀ ਮੇਰੇ ਕੋਲ ਹੈ। ਮੈਨੂੰ ਸਰਕਾਰੀ ਨੌਕਰੀ ਦੀ ਵੀ ਬਹੁਤੀ ਖਿੱਚ ਨਹੀਂ ਸੀ ਕਿਉਂਕਿ ਮੇਰਾ ਸੰਪਰਕ ਪਹਿਲਾਂ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਗਰਮ ਹਿੰਦੂ ਨੇਤਾ ਗੁਰੂਚਰਨ ਚੈਟਰਜੀ ਨਾਲ ਹੋ ਚੁੱਕਿਆ ਸੀ। ਮੈਂ ਜਨਸੰਘ ਦੇ ਸਰਗਰਮ ਨੇਤਾਵਾਂ ਖਾਸ ਕਰਕੇ ਤੁਸ਼ਾਰ ਚਟੋਪਾਧਿਆ ਨਾਲ ਵੀ ਰਾਬਤਾ ਕਾਇਮ ਕਰ ਲਿਆ ਸੀ। ਉਸ ਸਮੇਂ ਹੀ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਨਿਕ ਸ਼ਾਖਾ ਦੇ ਸਾਧੂ ਸੁਭਾਅ ਮੁਖੀ ਬਰਿੰਦਰਨਾਥ ਹੈ ਨਾ ਕਿ ਰਵਿੰਦਰਨਾਥ ਵੀਰ ਜੀ ਬਰਿੰਦਰਨਾਥ ਲਿਖਿਆ ਬਰਿੰਦਰਾਨਾਥ ਸਦੂਖਣ ਇਹ ਉਹ ਵਾਲਾ ਰਵਿੰਦਰਨਾਥ ਵਾਲਾ ਕਿ ਹੋਰ ਕੀ ਹੈ? ਇਹ ਹੋਰ ਹੈ ਕੋਈ ਬਰਿੰਦਰਾਨਾਥ ਸਦੂਖਣ, ਅੱਗੇ ਸਦੂਖਣ ਵੀ ਲਿਖਿਆ ਹਾਂ ਸਦੂਖਣ ਲਿਖਿਆ ਨਹੀਂ। ਮੁਖੀ ਬਰਿੰਦਰਾਨਾਥ ਸਦੂਖਣ ਦੇ ਪ੍ਰਭਾਵ ਹੇਠ ਆ ਗਿਆ ਸੀ। ਮੈਂ ਜਨਸੰਘ ਵੱਲ ਤਾਂ ਮੁਸਲਮਾਨਾਂ ਪ੍ਰਤੀ ਘਿਰਣਾ ਕਰਕੇ ਆਕਰਸ਼ਿਤ ਹੋਇਆ ਸੀ ਕਿਉਂਕਿ ਉਹ ਹੀ ਮੈਨੂੰ ਮੇਰੀ ਜਨਮ ਭੂਮੀ ਪੂਰਬੀ ਪਾਕਿਸਤਾਨ ਤੋਂ ਵੰਚਿਤ ਕਰਨ ਦੇ ਜ਼ਿੰਮੇਵਾਰ ਸਨ। ਮੇਰੀ ਰੁਚੀ ਹਾਂਜੀ ਇਹਨੂੰ ਦੁਬਾਰਾ ਪੜੋ। ਮੈਂ ਜਨਸੰਘ ਵੱਲ ਮੁਸਲਮਾਨਾਂ ਪ੍ਰਤੀ ਵੇਟ ਘਿਰਣਾ ਕਰਕੇ ਆਕਰਸ਼ਿਤ। ਹੁਣ ਤੁਸੀਂ ਮਤਲਬ ਹਿਸਾਬ ਲਾ ਸਕਦੇ ਹੋ ਵੀ ਇੱਕ ਪੁਲਿਸ ਅਧਿਕਾਰੀ ਦੇ ਬਾਅਦ ਦੇ ਵਿੱਚ IB ਬਣਦਾ, ਅਫਸਰ ਬਣਦਾ। ਹਾਂਜੀ ਕਰੋ ਅੱਗੇ ਕੰਟੀਨਿਊ। ਇੱਕ ਮਿੰਟ ਦਿਓ। ਹਾਂਜੀ ਕਹਿੰਦਾ ਵੀ ਮੈਂ ਉਸ ਸਮੇਂ ਹੀ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਨਕ ਸ਼ਾਖਾ ਦੇ ਸਾਧੂ ਸੁਭਾਅ ਮੁਖੀ ਬਰਿੰਦਰਾਨਾਥ ਸਦੂਖਣ ਦੇ ਪ੍ਰਭਾਵ ਹੇਠ ਆ ਗਿਆ ਸੀ। ਮੈਂ ਜਨਸੰਘ ਵੱਲ ਤਾਂ ਮੁਸਲਮਾਨਾਂ ਪ੍ਰਤੀ ਘਿਰਣਾ ਕਰਕੇ ਆਕਰਸ਼ਿਤ ਹੋਇਆ ਸੀ ਕਿਉਂਕਿ ਉਹੀ ਮੈਨੂੰ ਮੇਰੀ ਜਨਮ ਭੂਮੀ ਪੂਰਬੀ ਪਾਕਿਸਤਾਨ ਤੋਂ ਵੰਚਿਤ ਕਰਨ ਦੇ ਜ਼ਿੰਮੇਵਾਰ ਸਨ। ਮੇਰੀ ਰੁਚੀ ਸਦੂਖਣ ਵੱਲ ਤਾਂ ਉਸਦੇ ਵਿਸ਼ਵ ਵਿਆਪਕ ਸਮਾਨਤਾਵਾਦੀ ਵਿਚਾਰਾਂ ਕਰਕੇ ਸੀ। ਮੈਂ ਜਜ਼ਬਾਤੀ ਭਵਰ ਵਿੱਚ ਫਸ ਗਿਆ ਸੀ। ਮੈਂ ਸੋਚਿਆ ਕਿ ਮੈਂ ਸਹੀ ਨਿਸ਼ਾਨਾ ਸਮਾਂ ਆਉਣ ਤੇ ਪ੍ਰਾਪਤ ਕਰ ਲਵਾਂਗੇ ਅਤੇ ਸਹੀ ਸਿਆਸੀ ਨਿਸ਼ਾਨੇ ਦੀ ਪੂਰਤੀ ਲਈ ਬੇੜੀ ਸਾਗਰ 'ਚ ਠੇਲ ਦਿੱਤੀ। ਇੱਕ ਛੋਟੀ ਜਿਹੀ ਘਟਨਾ ਹੋਰ ਵੀ ਹੋਈ ਸੀ ਜਿਸ ਕਾਰਨ ਮੈਨੂੰ ਪੁਲਿਸ ਨਾਲ ਨਫ਼ਰਤ ਹੋ ਗਈ ਸੀ। ਇੱਕ ਮੋਟੇ ਹਵਲਦਾਰ ਨੇ ਸ਼ਾਮ ਦੇ 5 ਵਜੇ ਜੁਲਾਈ ਦੇ ਮਹੀਨੇ ਵਿੱਚ ਮੈਨੂੰ ਬਿਨਾਂ ਬੱਤੀ ਦੇ ਸਾਈਕਲ ਤੇ ਚੜ੍ਹੇ ਜਾਂਦੇ ਨੂੰ ਬਹੁਤ ਮਾਰਿਆ ਸੀ ਤੇ ਤੰਗ ਕੀਤਾ ਸੀ। ਮੇਰੇ ਵਿਰੋਧ ਕਰਨ ਤੇ ਉਸਨੇ ਕਿਹਾ ਇਹ ਨਿਰਣਾ ਕਰਨ ਦਾ ਅਧਿਕਾਰ ਉਸਦਾ ਹੈ ਕਿ ਉਸ ਸਮੇਂ ਰਾਤ ਹੈ ਜਾਂ ਦਿਨ। ਉਸ ਪੁਲਸੀਏ ਨੇ ਮੇਰੇ ਮਨ ਤੇ ਪੱਕਾ ਦਾਗ ਪਾ ਦਿੱਤਾ ਸੀ। ਇਹੋ ਕਾਰਨ ਸੀ ਕਿ ਮੈਂ ਲੇਖਾ ਪੜਤਾਲ ਨੂੰ ਚੁਣਨ ਦੀ ਇੱਛਾ ਪ੍ਰਗਟ ਕੀਤੀ ਤੇ ਮਨਸੂਰੀ ਦੀ ਮਿੱਥੀ ਹੋਈ ਸਿਖਲਾਈ ਪੂਰੀ ਕਰਨ ਪਿੱਛੋਂ ਸ਼ਿਮਲੇ ਦੇ ਸਿਖਲਾਈ ਕੇਂਦਰ ਵਿੱਚ ਜਾਣ ਦੀ ਆਸ ਕਰਦਾ ਸੀ। ਮੈਨੂੰ ਇੱਕ ਹੋਰ ਦੁਖਦਾਈ ਸਦਮਾ ਅਚਾਨਕ ਉਸ ਸਮੇਂ ਹੋਇਆ ਜਦੋਂ 20 ਅਗਸਤ 1964 ਨੂੰ ਮੇਰੀ ਮਾਂ ਦੀ ਮੌਤ ਹੋ ਗਈ। ਮੈਂ ਉਸਦੇ ਸੰਸਕਾਰ ਸਮੇਂ ਹੀ ਫੈਸਲਾ ਕਰ ਲਿਆ ਕਿ ਮੈਂ ਗ੍ਰਹਿ ਮੰਤਰਾਲੇ ਕੋਲ ਤਜਵੀਜ਼ ਰੱਖਾਂਗਾ ਕਿ ਮੈਨੂੰ ਪੁਲਿਸ ਸੇਵਾ ਵਿੱਚ ਹੀ ਲੈ ਲਿਆ ਜਾਵੇ। ਮੈਨੂੰ ਆਪਣੇ ਰਾਜ ਪੱਛਮੀ ਬੰਗਾਲ ਦੇ ਸਥਾਈ ਅਮਲੇ ਵਿੱਚ ਨਿਯੁਕਤ ਕਰ ਦਿੱਤਾ ਜਾਵੇ ਕਿਉਂਕਿ ਮੈਂ IPS ਵਿੱਚ ਸੈਕੰਡ ਅਤੇ ਕੇਂਦਰੀ ਸੇਵਾਵਾਂ ਵਿੱਚ ਫਸਟ ਰਿਹਾ ਸੀ। ਮਿਸਟਰ SC ਦੱਤ ਜੋ ਕਿ ਇੱਕ ਅਨੁਭਵੀ ਤੇ ਨਿਪੁੰਨ ICS ਸੀ ਤੇ ਮੇਰਾ ਦੂਰ ਦਾ ਰਿਸ਼ਤੇਦਾਰ ਵੀ ਸੀ। ਉਸ ਸਮੇਂ ਮਨਸੂਰੀ ਅਕਾਦਮੀ ਦਾ ਡਾਇਰੈਕਟਰ ਸੀ। ਸ਼ੁਰੂ ਵਿੱਚ ਤਾਂ ਉਹ ਮੇਰੀ ਪੁਲਿਸ ਸੇਵਾ ਵੱਲ ਤਬਦੀਲੀ ਦੇ ਵਿਰੁੱਧ ਸੀ। ਫਿਰ ਉਹ ਵੀ ਮੇਰੀ ਬੇਨਤੀ ਸਾਹਮਣੇ ਢਿੱਲਾ ਪੈ ਗਿਆ ਤੇ ਦਿੱਲੀ ਵੱਲੋਂ
ਵੀ ਨਵੰਬਰ 1964 ਵਿੱਚ ਹਰੀ ਝੰਡੀ ਮਿਲ ਗਈ, ਭਾਵ ਇਜਾਜ਼ਤ ਮਿਲ ਗਈ ਸੀ। ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਮੈਨੂੰ ਪੁਲਿਸ 'ਚ ਜਾਣ ਲਈ ਝਿਜਕ ਤਾਂ ਸੀ, ਪਰ ਮੈਂ ਅੜੀਅਲ ਉੱਕਾ ਨਹੀਂ ਸੀ। ਸ਼ਾਇਦ ਉਸ ਸਿਖਲਾਈ ਨੇ ਜੋ ਮੈਂ ਟ੍ਰੇਨਿੰਗ ਕਾਲਜਾਂ ਵਿੱਚ ਪ੍ਰਾਪਤ ਕੀਤੀ ਸੀ, ਉਸਨੇ ਮੇਰੇ ਉਸ ਗੁਣ ਨੂੰ ਹੋਰ ਵਧਾ ਦਿੱਤਾ ਸੀ। ਮੈਂ ਸਦਾ ਹੀ ਹਰ ਮੋੜ ਤੇ ਕਾਲੇ ਪਰਛਾਵਿਆਂ ਨਾਲ ਟੱਕਰ ਲੈਣ ਲਈ ਤਤਪਰ ਸੀ। ਮੇਰਾ ਚਰਚਿਲ ਦੇ ਇਲਹਾਮੀ ਕਥਨ ਵਿੱਚ ਪੂਰਾ ਵਿਸ਼ਵਾਸ ਸੀ। ਇੱਕ ਸਰਗਰਮ ਅੰਦੋਲਨਕਾਰੀ ਹੋਣ ਦੇ ਬਿਨਾਂ ਬਚਪਨ ਤੋਂ ਹੀ ਮੈਂ ਆਪਣੀ ਅੰਤਰ ਆਤਮਾ ਵਿੱਚ ਦ੍ਰਿੜਤਾ ਦਾ ਇੱਕ ਘਰ ਬਣਾਇਆ ਹੋਇਆ ਸੀ। ਮੇਰਾ ਵਿਸ਼ਵਾਸ ਹੈ ਕਿ ਹਰ ਵਿਅਕਤੀ ਦਾ ਕੋਈ ਉਦੇਸ਼ ਹੁੰਦਾ ਹੈ। ਇਹ ਜ਼ਿੰਦਗੀ ਦੇ ਉਦੇਸ਼ ਦਾ ਸਮਾਨ ਅਰਥੀ ਨਹੀਂ ਸੀ, ਜਿਸ ਨੂੰ ਆਮ ਹੀ ਸੰਚਾਲਕ ਸ਼ਕਤੀ ਦਾ ਵਿਚੋਲਾ ਮੰਨਿਆ ਜਾਂਦਾ ਹੈ। ਮੈਂ ਫੁੱਟਬਾਲ ਦਾ ਬੜਾ ਸਫਲ ਗੋਲਕੀਪਰ ਰਿਹਾ ਸੀ। ਮੈਂ ਸਮਝਦਾ ਸੀ ਕਿ ਗੋਲ ਨੂੰ ਰੋਕਣਾ ਵੀ ਜ਼ਿੰਦਗੀ ਦੀ ਲੜਾਈ ਦਾ ਇੱਕ ਹਿੱਸਾ ਹੈ। ਮੈਂ ਇਸ ਤੱਥ ਤੋਂ ਵੀ ਸੁਚੇਤ ਸੀ ਕਿ ਮੇਰੇ ਮਨ ਅੰਦਰ ਦੋ ਮਾਰੂ ਅਤੇ ਉਸਾਰੂ ਸ਼ਕਤੀਆਂ ਦਾ ਸੰਘਰਸ਼ ਚੱਲ ਰਿਹਾ ਸੀ। ਇੱਕ ਤਾਂ ਆਪਣੇ ਬਚਾਓ ਲਈ ਹਰ ਜੀਵ ਦੀ ਮੂਲ ਪ੍ਰਵਿਰਤੀ ਹੈ, ਤੇ ਦੂਸਰੀ ਮਾਨਵੀ ਵਿਸ਼ੇਸ਼ਤਾਵਾਂ ਦੀ ਪ੍ਰਵਿਰਤੀ ਹੈ, ਜਿਸ ਨੂੰ ਸੰਵੇਦਨਸ਼ੀਲਤਾ ਕਿਹਾ ਜਾਂਦਾ ਹੈ। ਮੈਂ ਬਹੁਤੀ ਵਾਰ ਇਹਨਾਂ ਦੋਵਾਂ ਦੀ ਖਹਿਬਾਜ਼ੀ ਦਾ ਸ਼ਿਕਾਰ ਰਿਹਾ ਹਾਂ। ਮੈਂ ਸਿੱਧਾ ਸਾਦਾ ਸਮਾਜਿਕ ਵਿਅਕਤੀ ਵੀ ਨਹੀਂ ਸੀ, ਪਰ ਮੈਂ ਚਾਲਬਾਜ਼ ਤੇ ਟੇਢਾ ਵੀ ਨਹੀਂ ਸੀ। ਸਰਕਾਰੀ ਸੇਵਾ ਦੌਰਾਨ ਪੁਲਿਸ ਤੇ ਗੁਪਤਚਰ ਵਿਭਾਗਾਂ ਵਿੱਚ ਮੈਂ ਦਵੱਲੀ ਪਹੁੰਚ ਅਪਣਾਉਂਦਾ ਰਿਹਾ ਹਾਂ। ਮੈਂ ਆਪਣੀ ਨੌਕਰੀ ਵੀ ਬਚਾਉਣੀ ਚਾਹੁੰਦਾ ਸੀ, ਪਰ ਨਾਲ ਦੇ ਨਾਲ ਮੈਂ ਹਰ ਕਾਰਜ ਨੂੰ ਮਨੁੱਖੀ ਕਦਰਾਂ ਕੀਮਤਾਂ ਨਾਲ ਭਰਪੂਰ ਜੀਵਨ ਉਦੇਸ਼ ਵਜੋਂ ਵੀ ਪ੍ਰਵਾਨ ਕੀਤਾ। ਮੈਨੂੰ ਪਤਾ ਸੀ ਕਿ ਨਿਯਮ ਜੋ ਪੁਸਤਕਾਂ ਵਿੱਚ ਹਨ ਮੇਰੀ ਪਹੁੰਚ ਦੀ ਹਮਾਇਤ ਨਹੀਂ ਕਰਦੇ ਸਨ, ਪਰੰਤੂ ਮੈਂ ਬਚਪਨ ਤੋਂ ਹੀ ਇੱਕ ਆਜ਼ਾਦ ਬਾਲਕ ਵਜੋਂ ਵਧਿਆ ਫੁੱਲਿਆ ਤੇ ਪ੍ਰਵਾਨ ਚੜਿਆ ਸੀ, ਤੇ ਆਪਣੀ ਰੱਖਿਆ ਬਚਪਨ ਤੋਂ ਆਪ ਹੀ ਕਰਦਾ ਆਇਆ ਸੀ। ਮੇਘਨਾ ਤੇ ਗੰਗਾ ਦਰਿਆ ਦੀਆਂ ਤੇਜ਼ ਲਹਿਰਾਂ ਨੇ, ਉਹਨਾਂ ਦੇ ਆਸ-ਪਾਸ ਦੀਆਂ ਦਿਆਲੂ ਪ੍ਰਕਿਰਤੀਆਂ ਨੇ ਮੈਨੂੰ ਵੱਖਰੀ ਤਰ੍ਹਾਂ ਹੀ ਸਾਕਾਰ ਕੀਤਾ ਸੀ। ਮੇਰੇ ਬਚਪਨ ਤੋਂ ਹੀ ਮੇਰੇ ਵਿੱਚ ਜੱਦੋ-ਜਹਿਦ ਤੇ ਸਫਲਤਾ ਦੇ ਬੀਜ ਬੀਜੇ ਗਏ ਸਨ, ਤੇ ਜ਼ਿੰਦਗੀ ਦੀਆਂ ਦੁਸ਼ਮਣ ਤਾਕਤਾਂ ਨੂੰ ਨੇੜਿਓਂ ਵੇਖਿਆ ਹੋਣ ਕਾਰਨ ਮੈਂ ਉਹਨਾਂ ਸ਼ਕਤੀਆਂ ਦੇ ਨਾਲ ਰਲ ਕੇ ਤੁਰਨ ਦੇ ਸਮਰੱਥ ਨਹੀਂ ਸੀ, ਜੋ ਮੇਰੇ ਉਦਾਲੇ ਸਹਿਣਸ਼ੀਲਤਾ ਦੀਆਂ ਨਿਰਧਾਰਤ ਸੀਮਾ ਦੀ ਪ੍ਰਵਾਹ ਨਹੀਂ ਕਰਦੀਆਂ ਸਨ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਵਰਦੀਧਾਰੀ ਪੁਲਿਸੀਏ ਵਜੋਂ ਮੇਰੇ ਜੀਵਨ ਦਾ ਥੋੜ੍ਹਾ ਜਿਹਾ ਸਮਾਂ ਘਟਨਾਵਾਂ ਭਰਪੂਰ ਸੀ। ਬਚਪਨ ਵਿੱਚ ਮੇਰੇ ਤੇ ਲੱਗੀਆਂ ਰੋਕਾਂ ਨੇ ਮੈਨੂੰ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਵਿੱਚ ਕੋਈ ਰੁਕਾਵਟ ਨਹੀਂ ਪਾਈ, ਤੇ ਸਗੋਂ ਜਿੱਥੇ ਤੱਕ ਸੰਭਵ ਹੋ ਸਕਿਆ ਪੁਲਿਸ ਅਧਿਕਾਰੀਆਂ ਵਜੋਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਣ ਲਈ ਸਦਾ ਹੀ ਯਤਨ ਕਰਦਾ ਰਿਹਾ ਹਾਂ। ਜਦ ਮੈਂ ਤਿੱਬਤ ਤੇ ਭਾਰਤ ਦੇ ਵਿਚਕਾਰ ਸੀਮਾ ਚੌਕੀ ਕਾਲਿਮਪੋਂਗ ਵਿੱਚ ਕਾਰਜਭਾਰ ਸੰਭਾਲਿਆ ਤਾਂ ਇਸ ਦੀ ਹਾਲਤ ਬੱਤਰ ਹੋ ਗਈ ਸੀ। ਚੀਨੀ ਵਪਾਰ ਕੇਂਦਰ ਦੀ ਹਾਲਤ ਬਹੁਤ ਖਸਤਾ ਸੀ। ਬੀਤੇ ਸਮੇਂ ਦੇ ਇਸ ਗੌਰਵਮਈ ਪਹਾੜੀ ਸਥਾਨ ਵਿੱਚ ਹੁਣ ਰੌਣਕ ਰਸ ਭਰ ਲਈ ਭੂਟਾਨ ਦੀ ਰਾਜਮਾਤਾ ਅਫਗਾਨ ਸ਼ਾਹੀ ਪਰਿਵਾਰ ਤੇ ਜਲਾਵਤਨੀਆਂ ਤੇ ਖੋੜੇ ਜਿਹੇ ਐਗਲੋ ਇੰਡੀਅਨਾਂ ਤੋਂ ਬਿਨਾਂ ਹੋਰ ਕੋਈ ਨਹੀਂ ਆਉਂਦਾ ਸੀ। ਪਰੰਤੂ ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਦੋ ਕਦਾਵਰ ਸ਼ਖਸੀਅਤਾਂ ਤੇ ਵਰਸੋਈਆ, ਇੱਕ ਸ਼ਖਸੀਅਤ ਭਾਰਤ ਦੇ ਰਿਟਾਇਰ ਚੀਫ ਜਸਟਿਸ ਸੁਧੀ ਰੰਜਨ ਦਾਸ ਸੀ, ਜੋ ਮੇਰੀ ਤੀਸਤਾ ਰੋਡ ਤੇ ਤੀਸਰੇ ਮੀਲ ਤੇ ਮੇਰੇ ਸਧਾਰਨ ਜਿਹੇ ਕੁਆਟਰ ਉੱਪਰ ਇੱਕ ਪਹਾੜੀ ਤੇ ਨਿਵਾਸ ਕਰਦੇ ਸਨ। 2 ਮੀਲ ਉੱਪਰ ਪਹਾੜੀ ਤੇ ਸਿੱਕਮ ਵਿੱਚ ਲੋਕ ਰਾਜ ਦਾ ਹਮਾਇਤੀ ਨੇਤਾ ਕਾਜੀ ਇੱਥੇ ਲੇਂਡਪ ਦੌਰ ਜੀ। ਸਿੱਕਮ ਵਿੱਚ ਲੋਕ ਰਾਜ ਦੀ ਹਮਾਇਤੀ ਨੇਤਾ ਕਾਜੀ ਲਿੰਡਪ ਦੌਰ ਜੀ ਤੇ ਉਸਦੀ ਯੂਰਪੀਅਨ ਪਤਨੀ ਕਿਜ਼ਨੀ ਐਲੈਜ਼ਾ ਮੇਰੇ ਖਾਕਸਰਪਾ ਰਹਿੰਦੇ ਸਨ। ਮੇਰੇ ਪੁਲਿਸ ਅਫਸਰ ਵਜੋਂ ਵੇਰਵਾ ਕੋਈ ਬਹੁਤਾ ਸ਼ਾਨਦਾਰ ਨਹੀਂ ਹੈ। ਮੈਨੂੰ ਆਪਣਾ ਹੌਸਲਾ ਵਿਖਾਉਣ ਦਾ ਕਦੇ ਮੌਕਾ ਹੀ ਨਹੀਂ ਮਿਲਿਆ ਸੀ। ਕਾਲਮਪੋਂਗ ਵਿੱਚ ਮੇਰੇ ਜਿਹੇ ਕਿਰਿਆਸ਼ੀਲ ਦੇ ਕਾਰਨ ਲਈ ਬਹੁਤਾ ਕੁਝ ਹੈ ਨਹੀਂ ਸੀ, ਪਰ ਡਾਕੂਆਂ ਲਟੇਰਿਆਂ ਨਾਲ ਸੰਬੰਧਿਤ ਕੰਮ ਮੇਰੇ ਕੋਲ ਬਹੁਤ ਹੀ ਜ਼ਿਆਦਾ ਸੀ, ਜੋ ਚਾਹ ਦੇ ਬਾਗਾਂ ਵਿੱਚ ਨੇਪਾਲ, ਭੂਟਾਨ ਤੇ ਤਿੱਬਤ ਦੀਆਂ ਸੀਮਾ ਦੇ ਛੋਟੇ-ਛੋਟੇ ਵਪਾਰਕ ਪਿੰਡਾਂ ਵਿੱਚ ਨਿਰਦੈਤਾ ਨਾਲ ਡਾਕੇ ਮਾਰਦੇ ਸਨ। ਬਹੁਤੇ ਡਾਕੂ ਬਿਹਾਰ, ਪਾਕਿਸਤਾਨ, ਨੇਪਾਲ ਤੇ ਭੂਟਾਨ ਤੋਂ ਹਮਲੇ ਕਰਦੇ ਸਨ। ਮੇਰਾ ਕੁਝ ਸਮਾਂ ਇੱਕ ਹੋਰ ਤਰ੍ਹਾਂ ਦੇ ਤੱਤ ਵੀ
ਲੈ ਜਾਂਦੇ ਸਨ। ਹਿਮਾਲਾ ਦੇ ਜੰਗਲੀ ਹਾਥੀ, ਚੀਤੇ ਤੇ ਬੰਗਾਲ ਦੇ ਬੱਬਰ ਸ਼ੇਰ ਵੀ ਚਾਹ ਬਾਗਾਂ ਦੀਆਂ ਮਿਲਖਾਂ ਵਿੱਚ ਤੇ ਚਾਹ ਬਾਗਾਂ ਦੇ ਆਲੇ ਦੁਆਲੇ ਸਰਸਬਜ਼ ਪਹਾੜੀ ਖੱਬੇ ਦੇ ਨਾਲ ਨਾਲ ਵਸਦੇ ਪਿੰਡਾਂ ਵਿੱਚ ਜਾਨ ਮਾਲ ਦੀ ਤਬਾਹੀ ਕਰ ਦਿੰਦੇ ਸਨ। ਤੀਸਰਾ ਵਰਗ ਜੋ ਮੇਰਾ ਬਹੁਤ ਸਮਾਂ ਹੜੱਪ ਕਰ ਜਾਂਦਾ ਸੀ, ਉਹਨਾਂ ਸਰਕਾਰੀ ਨੌਕਰਸ਼ਾਹਾਂ, ਅਧਿਕਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦਾ ਸੀ, ਜੋ ਨਿਰੰਤਰ ਆਉਂਦੇ ਰਹਿੰਦੇ ਤੇ ਜਿਨ੍ਹਾਂ ਲਈ ਕਾਲਮਪੋਗ ਇੱਕ ਮਨਮੋਹਕ ਯਾਤਰਿਕ ਸਥਾਨ ਸੀ। ਮੈਨੂੰ ਡਾਕੂਆਂ, ਜੰਗਲੀ ਜਾਨਵਰਾਂ ਤੇ ਸ਼ਹਿਰੀ ਮਹਿਮਾਨਾਂ ਵਿਚਕਾਰ ਸਮੇਂ ਦੀ ਵੰਡ ਕਰ ਲੈਣੀ ਔਖੀ ਨਹੀਂ ਲੱਗਦੀ ਸੀ। ਇਹ ਬਹੁਤ ਦੁਰਗਮ ਕਾਰਜ ਵੀ ਨਹੀਂ ਸੀ, ਪਰੰਤੂ ਮੇਰੀ ਅਲਪਕਾਲੀਨ ਨੌਕਰੀ ਦੇ ਸਮੇਂ ਵਿੱਚ 3 ਘਟਨਾਵਾਂ ਨੇ ਮੇਰੇ ਤੇ ਬੜਾ ਪ੍ਰਭਾਵ ਪਾਇਆ। ਖੁਸ਼ਕਿਸਮਤੀ ਨਾਲ ਇਹਨਾਂ ਸਭ ਦਾ ਵਾਹ ਮੇਰੇ ਨਾਲ ਮੇਰੇ ਵਿਆਹ ਤੋਂ ਪਹਿਲਾਂ ਪਹਿਲਾਂ ਪਿਆ। ਭੂਟਾਨ ਦੇ ਜਲਪਾਈਗੁੜੀ ਸੀਮਾ ਦੇ ਚਾਹ ਬਾਗਾਂ ਵਿੱਚ ਨਿਰਦਈ ਹਥਿਆਰਬੰਦ ਚਾਕੂਆਂ ਵੱਲੋਂ ਡਾਕਿਆਂ ਤੇ ਕਤਲਾਂ ਦੀਆਂ ਕਈ ਘਟਨਾਵਾਂ ਨੇ ਰਾਜ ਪ੍ਰਬੰਧ ਵਿੱਚ ਹਲਚਲ ਮਚਾ ਦਿੱਤੀ। ਤਾਕਤਵਰ ਚਾਹ ਬਾਗਾਂ ਦੇ ਮਾਲਕਾਂ ਨੇ ਧੜੇ ਨੇ ਰਾਜ ਸਕੱਤਰ ਨੂੰ ਇਹ ਯਕੀਨ ਕਰਵਾ ਦਿੱਤਾ ਕਿ ਚਾਹ ਉਦਯੋਗ ਨੂੰ ਮੰਦਵਾੜੇ ਤੋਂ ਬਚਾਉਣ ਲਈ ਕੁਝ ਵਿਸ਼ੇਸ਼ ਕਦਮ ਉਠਾਉਣ ਦੀ ਜ਼ਰੂਰਤ ਹੈ। ਮੈਨੂੰ ਦਾਰਜਲਿੰਗ ਬੁਲਾਇਆ ਗਿਆ ਤੇ ਮੇਰੇ ਐਸਪੀ ਵੱਲੋਂ ਤੇ ਡੀਐਸਪੀ ਵੱਲੋਂ ਜੋਸ਼ੀਲੇ ਢੰਗ ਨਾਲ ਡਕੈਤੀਆਂ ਨਾਲ ਨਜਿੱਠਣ ਦੀ ਜੁਰਤ ਤੇ ਬਲ ਦਿੱਤਾ ਗਿਆ। ਮੈਂ ਆਪਣੇ ਆਪ ਜੋਸ਼ੀਲੇ ਢੰਗ ਨਾਲ ਫਿਰ ਕਾਰਜ ਵਿੱਚ ਜੁਟ ਪਿਆ, ਪਰੰਤੂ ਤਿੱਬਤੀ ਮੂਲ ਦੇ ਖੇਤਰੀ ਇੰਸਪੈਕਟਰ ਦਵਾ ਨਰੋਬੂ ਨੇ ਮੈਨੂੰ ਗੋਮਪੂ ਰੈਸਟੋਰੈਂਟ ਵਿੱਚ, ਜਿੱਥੇ ਮੈਂ ਰਾਤ ਸਮੇਂ ਸਵਾਦਲਾ ਚੀਨੀ ਭੋਜਨ ਖਾਣ ਗਿਆ ਸੀ, ਆ ਘੇਰਿਆ। ਜਨਾਬ, ਸਾਵਧਾਨ ਰਹਿਣਾ, ਖੇਤਾਂ ਵਿੱਚ ਕਿੱਲ ਮੇਖਾਂ ਨੇਜੇ ਹੀ ਨੇਜੇ ਹਨ। ਨੋਰਬੂ ਟੁੱਟੀ ਫੁੱਟੀ ਪਰ ਲੱਛੇਦਾਰ ਅੰਗਰੇਜ਼ੀ ਵਿੱਚ ਗੱਲਾਂ ਕਰਨ ਦਾ ਸ਼ੌਕੀਨ ਸੀ। ਕੀ ਮੁਸ਼ਕਿਲ ਹੈ ਨੋਰਬੂ, ਅਸੀਂ ਖਾਣਾ ਖਾਂਦੇ ਗੱਲਾਂ ਕਰਦੇ ਰਹੇ। ਕਲਕੱਤਾ ਵਿੱਚ ਸਰਕਾਰ ਦੀ ਹਾਲਤ ਡਿਊਂਗੂ ਕਰ ਰਹੀ ਹੈ। ਕਾਂਗਰਸ ਸਰਕਾਰ ਯਕੀਨਨ ਹਾਰ ਜਾਏਗੀ। ਬੰਗਲਾ ਕਾਂਗਰਸ ਤੇ ਕਮਿਊਨਿਸਟਾਂ ਦੇ ਸੰਭਾਵੀ ਗੱਠਜੋੜ ਨਾਲ ਉਹ ਹਕੂਮਤ ਦੀ ਵਾਗਡੋਰ ਸੰਭਾਲ ਲੈਣਗੇ। ਹਾਂ, ਮੈਨੂੰ ਪਤਾ ਹੈ, ਨੋਰਬੂ ਖਾਸ ਤਿੱਬਤੀ ਅੰਦਾਜ਼ 'ਚ ਬੋਲਿਆ। ਜਨਾਬ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਹੁਤ ਸਾਰੇ ਚਾਹ ਬਾਗਾਂ ਦੇ ਮਜ਼ਦੂਰ ਸੰਗਠਨ ਖੱਬੇ ਧੜਿਆਂ ਨਾਲ ਸੰਬੰਧਿਤ ਹਨ। ਚੀਨ ਪੱਖੀ ਕਮਿਊਨਿਸਟਾਂ ਨੇ ਭਾਰਤ ਭੂਟਾਨ 'ਚ ਆਪਣਾ ਤਾਣਾ ਬਾਣਾ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ। ਜਲਦਾਕਾ ਹਾਈਡਲ ਪ੍ਰੋਜੈਕਟ ਵਿਚਲੀ ਮਜ਼ਦੂਰ ਯੂਨੀਅਨ ਚਾਰੂ ਮਜ਼ੂਮਦਾਰ ਦੇ ਚੇਲਿਆਂ ਦੀਆਂ ਗਤੀਵਿਧੀਆਂ ਦਾ ਗੜ੍ਹ ਹੈ। ਨੋਰਬੂ, ਇਹਨਾਂ ਤੱਥਾਂ ਬਾਰੇ ਤਾਂ ਸਭ ਨੂੰ ਪਤਾ ਹੈ। ਤੂੰ ਉਹ ਗੱਲ ਦੱਸ ਜਿਸ ਵੱਲ ਤੂੰ ਇਸ਼ਾਰਾ ਕਰ ਰਿਹਾ ਹੈ। ਧੀਮੇ ਚਲੋ, ਹੁਣ ਪਰਿਵਰਤਨ ਹੋਣ ਵਾਲਾ ਹੈ। ਤੁਸੀਂ ਅਣਥੱਕ ਵਿਅਕਤੀ ਹੋ, ਤੁਸੀਂ ਕਿਸੇ ਮੁਸ਼ਕਲ 'ਚ ਨਾ ਫਸ ਜਾਣਾ। ਇਹ ਸਿਆਸੀ ਬੰਦੇ ਬੜੇ ਭੈੜੇ ਹੁੰਦੇ ਹਨ। ਧੰਨਵਾਦ ਨੋਰਬੂ। ਮੈਂ ਆਪਣੇ ਹਲਕੇ ਤੇ ਤਜਰਬਾਕਾਰ ਇੰਸਪੈਕਟਰ ਨੂੰ ਯਕੀਨ ਦਿਵਾਇਆ। ਮੇਰੇ ਮਨ ਵਿੱਚ ਉਹਦੀ ਇੱਜ਼ਤ ਵੱਧ ਗਈ। ਉਹ ਢਿੱਲੜ ਸੀ ਤੇ ਉਸਦੀ ਪੁਲਿਸ ਪ੍ਰਤੀ ਸੁਭਾਵਿਕ ਰੁਚੀ ਵੀ ਪੇਤਲੀ ਸੀ। ਇੱਕ ਖਚਰਾ ਪੁਲਿਸ ਮੁਖੀ ਉਸ ਦੀਆਂ ਅੱਖਾਂ 'ਚ ਘੱਟਾ ਪਾ ਸਕਦਾ ਸੀ, ਭਾਵ ਉਸਨੂੰ ਬੇਵਕੂਫ ਬਣਾ ਸਕਦਾ ਸੀ, ਪਰੰਤੂ ਨੋਰਬੂ ਇੱਕ ਹੀਰਾ ਸੀ ਤੇ ਉਹ ਆਪਣੇ ਅੰਦਾਜ਼ੇ ਵਿੱਚ ਗਲਤ ਨਹੀਂ ਸੀ। ਮੇਰਾ ਉਪ ਮੰਡਲ ਦਾ ਚਾਰਜ ਸੰਭਾਲਣ ਦੇ ਨਾਲ ਨਾਲ ਹੀ ਜਲਪਾਈਗੁੜੀ ਦੀ ਸੀਮਾ ਅਤੇ ਸਿੱਕਮ ਤੇ ਭੂਟਾਨ ਦੀ ਅੰਤਰਰਾਸ਼ਟਰੀ ਸੀਮਾ ਦੇ ਨਾਲ ਲਾਗੇ ਚਾਹ ਬਾਗਾਂ ਵਿੱਚ ਕਤਲਾਂ ਤੇ ਡਾਕਿਆਂ ਦਾ ਹੜ੍ਹ ਜਿਹਾ ਆ ਗਿਆ ਸੀ। ਮੇਰੇ ਅਧੀਨ ਕਾਲਿੰਪੋਂਗ ਤੇ ਗੋਰਬੂਨਾਥ ਦੇ 2 ਪੂਰੇ ਥਾਣੇ ਸਨ ਤੇ ਅੰਤਰਰਾਸ਼ਟਰੀ ਸੀਮਾ ਨਾਲ ਕੁਝ ਚੌਕੀਆਂ ਵੀ ਸਨ, ਪਰ ਉੱਥੇ ਨਫਰੀ ਨਾ ਮਾਤਰ ਹੀ ਸੀ ਤੇ ਯੋਜਨਾਬੰਦੀ ਤੇ ਸਹਾਇਤਾ ਦਾ ਅਭਾਵ ਹੀ ਸੀ। ਅਫਸਰ ਤੇ ਸਿਪਾਹੀ ਕਾਨੂੰਨ ਤੇ ਵਿਵਸਥਾ ਦੀ ਰਾਖੀ ਲਈ ਬਹੁਤ ਘੱਟ ਕਿਰਿਆਸ਼ੀਲ ਸਨ। ਹਾਲਤ ਬੜੀ ਹਾਸੋਹੀਣੀ ਸੀ, ਪਰੰਤੂ ਮੈਂ ਨੋਰਬੂ ਦੀ ਨਸੀਹਤ ਅਨੁਸਾਰ ਕੰਮ ਨਾ ਕੀਤਾ। ਸਰਕਾਰੀ ਜੀਪ ਮੇਰਾ ਆਰਜੀ ਨਿਵਾਸ ਬਣ ਗਈ, ਜਿਸ ਵਿੱਚ ਧਨਬੀਰ ਮਾਰਗ ਆਪਣਾ ਫਿਰਤੂ ਰਸੋਈ ਘਰ ਚਲਾਉਂਦਾ ਤੇ 2 ਹਥਿਆਰਬੰਦ ਰਾਖੇ ਇਹ ਯਕੀਨ ਬਣਾਉਣ ਲਈ ਸਨ ਕਿ ਜੰਗਲੀ ਹਾਥੀ ਮੈਨੂੰ ਦੜ ਨਾ ਜਾਣ ਤਾਂ ਡਾਕੂ ਮੈਨੂੰ ਗੋਲੀ ਮਾਰ ਕੇ ਮਾਰ ਨਾ ਦੇਣ। ਜੀਪ ਡਰਾਈਵਰ ਨੀਵਾਂ ਤਾਂ ਐਵੇਂ ਵਿਖਾਵੇ ਮਾਤਰ ਸੀ। ਉਸਨੇ ਝੱਕਦਿਆਂ ਮੇਰਾ ਸਥਾਨ ਗ੍ਰਹਿਣ ਕੀਤਾ ਤੇ ਮੈਂ 60 ਤੋਂ 70 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਖਤਰਨਾਕ ਪਹਾੜੀ ਖੇਤਰਾਂ ਵਿੱਚ ਜੀਪ ਚਲਾਉਂਦਾ ਰਹਿੰਦਾ। ਮੈਂ ਜਾਣਦਾ ਸੀ ਕਿ ਸਾਰੇ ਹੀ ਮੈਨੂੰ ਕੋਸਦੇ ਤੇ ਲਾਹਣਤਾਂ ਪਾਉਂਦੇ ਸਨ,
ਪਰ ਉਹ ਅਨੁਸ਼ਾਸਨ ਦੇ ਪਾਬੰਦ ਸਨ। ਸਿਰਫ ਤਨਵੀਰ ਹੀ ਮੈਨੂੰ ਕਹਿਣ ਦਾ ਹੌਸਲਾ ਕਰ ਲੈਂਦਾ ਸੀ ਤੇ ਇਹ ਸਮਝਾਉਂਦਾ ਸੀ ਕਿ ਮੇਰੇ ਵਰਗਾ ਵਿਅਕਤੀ ਲੰਮੀ ਉਮਰ ਤੱਕ ਜਿਉਂਦਾ ਰਹੇ। ਤੇਰਾ ਕੀ ਮਤਲਬ ਹੈ? ਉਹ ਅੱਗੋਂ ਕਹਿੰਦਾ, ਹਜੂਰ, ਤੇਜ਼ ਗੱਡੀ ਚਲਾਉਣਾ ਸ਼ੌਂਕ ਹੋ ਸਕਦਾ ਹੈ, ਪਰ ਛੇਤੀ ਮਰਨਾ ਕੋਈ ਸ਼ੌਂਕ ਵਾਲੀ ਗੱਲ ਨਹੀਂ। ਕੀ ਤੇਰਾ ਮਤਲਬ ਇਹ ਹੈ ਕਿ ਮੈਂ ਗੱਡੀ ਬਹੁਤ ਤੇਜ਼ ਚਲਾਉਂਦਾ ਹਾਂ? ਬਹੁਤ ਤੇਜ਼ ਜਨਾਬ, ਥੋੜੀ ਹੌਲੀ ਚਲਾਓ। ਅਲਿਕ ਢਿਲਕ ਜਾਨੋ ਹੋਸ਼, ਤੁਸੀਂ ਲੰਮਾ ਸਮਾਂ ਗੱਡੀ ਚਲਾਉਣ ਲਈ ਜਿਉਂਦੇ ਰਹੋਗੇ। ਅੱਛਾ, ਇਹ ਉਹ ਕੋਈ ਕਿਹੜੀ ਭਾਸ਼ਾ ਵਾ, ਬੰਗਾਲੀ ਕਿ ਕਿਹੜੀ ਉੱਥੇ ਬੋਲੀ ਜਾਂਦੀ? ਇਹ ਸ਼ਾਇਦ ਨੇਪਾਲੀ। ਉਹਦੀ ਭਾਸ਼ਾ ਨੇਪਾਲੀ ਸ਼ਾਇਦ। ਨੇਪਾਲੀ ਸ਼ਾਇਦ। ਮੈਂ ਮੈਂ ਉਹੀ ਗੱਲ ਵੱਲ ਧਿਆਨ ਨਾ ਦਿੱਤਾ। ਤੇਜ਼ ਦੌੜਨਾ ਹੀ ਮੇਰੀ ਜ਼ਿੰਦਗੀ ਦਾ ਆਦਰਸ਼ ਸੀ। ਤਨਵੀਰ ਮੇਰੀ ਫਿਕਰ ਕਰਦਾ ਸੀ ਤੇ ਮੈਂ ਉਸ ਦੀ ਨਸੀਹਤ ਟਾਲ ਛੱਡਦਾ ਸੀ। ਮੈਂ ਬਹੁਤੀਆਂ ਰਾਤਾਂ ਨੂੰ ਪੁਲਿਸ ਚੌਂਕੀਆਂ ਦੇ ਦੌਰੇ ਕਰਦਾ, ਪੁਲਿਸ ਤੇ ਪੇਂਡੂ ਪਹਿਰੇਦਾਰਾਂ ਦੀਆਂ ਅਹ, ਪਰਾਬੰਦੀਆਂ ਕਰਦਾ ਤੇ ਸੰਭਾਵੀ ਪੁਲਿਸ ਸੂਈਆਂ ਤੇ ਮੁਖਬਰਾਂ ਨਾਲ ਮੇਲ-ਜੋਲ ਵਧਾਉਂਦਾ, ਜੋ ਚਾਹ ਬਾਗਾਂ ਨੂੰ ਤਬਾਹ ਕਰਨ ਵਾਲੇ ਬਦਮਾਸ਼ਾਂ ਦੀ ਸੂਚਨਾ ਦੇ ਸਕਦੇ ਸਨ। ਇੱਕ ਖੁਸ਼ਕਿਸਮਤ ਪਲ ਉਦੋਂ ਆਇਆ ਜਦੋਂ ਮੈਨੂੰ ਗੋਰਬੂ ਥਾਨ ਦੇ ਆਰਾਮ ਘਰ ਚੋਂ ਠੰਡੇ ਬਿਸਤਰੇ ਤੋਂ ਜਗਾਇਆ ਗਿਆ। ਤਨਵੀਰ ਨੂੰ ਵੀ ਕਿਸੇ ਨੇ ਸ਼ਾਂਗ ਪੀਣ ਬਾਜਰੇ ਤੋਂ ਬਣੀ ਬੀਅਰ ਸ਼ਾਂਗ ਪੀਣ ਬਾਜਰੇ ਤੋਂ ਬਣੀ ਬੀਅਰ ਨਾਲ ਆਈ ਨੀਂਦ ਤੋਂ ਜਗਾਇਆ। ਤਨਵੀਰ ਆਇਆ ਤੇ ਹੌਲੀ ਜਿਹਾ ਕਹਿਣ ਲੱਗਾ, ਸਾਹਿਬ ਉੱਠੋ, ਕੀ ਗੜਬੜ ਹੈ? ਜਨਾਬ, ਕੋਈ ਗੜਬੜ ਨਹੀਂ। ਉਹ ਖਸਿਆਣੀ ਹਾਸੀ ਹੱਸਦਾ ਹੋਇਆ ਬੋਲਿਆ, ਮੇਰਾ ਦੋਸਤ ਜਿਵਰਾਜ ਪੋਰਲੇ ਆਇਆ ਹੈ, ਉਸ ਕੋਲ ਕੋਈ ਜ਼ਰੂਰੀ ਜਾਣਕਾਰੀ ਹੈ। ਇਤਨੇ ਤੜਕੇ ਕਿਉਂ ਆਇਆ ਹੈ? ਉਸਨੂੰ ਸਵੇਰੇ 7 ਵਜੇ ਆਉਣ ਲਈ ਕਹਿ ਦਿਓ। ਹਜੂਰ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਉਹ ਆਦਮੀ 4 ਮੀਲ ਦੂਰ ਸਿੰਗੀਦਰਾ ਪਿੰਡ ਤੋਂ ਚੱਲ ਕੇ ਇੱਥੇ ਆਇਆ ਹੈ। ਉਹ ਪੁਲਿਸ ਵਾਲਿਆਂ ਨੂੰ ਦਿਨੇ ਨਹੀਂ ਮਿਲ ਸਕਦਾ, ਉਸਨੂੰ ਡਾਕੂਆਂ ਦਾ ਵੀ ਡਰ ਹੈ। ਮੈਂ ਬਿਸਤਰੇ ਚੋਂ ਉਛਲ ਕੇ ਉੱਠਿਆ, ਤਨਵੀਰ ਨੂੰ ਚਾਹ ਤਿਆਰ ਕਰਨ ਲਈ ਕਿਹਾ ਤੇ ਮੈਂ ਜਿਬਰਾਜ ਪੋਰੇਲ ਨਾਲ ਕੋਠੜੀ ਵਿੱਚ ਲੁੱਕ ਕੇ ਗੱਲ ਕਰਨ ਲੱਗਾ। ਤਨਵੀਰ ਪ੍ਰਾਹੁਣੇ ਲਈ ਰੰਮ ਦਾ ਗਲਾਸ ਤੇ ਮੇਰੇ ਲਈ ਚਾਹ ਦੀ ਪਿਆਲੀ ਲੈ ਕੇ ਆ ਗਿਆ। ਉਸਨੇ ਦੱਸਿਆ ਕਿ ਸਿੰਗੀਦਰਾ ਭੂਟਾਨ ਸੀਮਾ ਤੇ ਪਹਾੜੀ ਉੱਪਰ ਜੰਗਲ ਵਿੱਚ ਵਸਿਆ ਪਿੰਡ ਹੈ। ਉਸਦੇ ਪਿੰਡ ਤੋਂ ਸਮ ਸਿੰਘ ਚਾਹ ਬਾਗ 3 ਕਿਲੋਮੀਟਰ ਹੇਠਲੇ ਪਾਸੇ ਸਥਿਤ ਹੈ। ਰੱਤੀ ਮਾਗਾਰ ਸਮ ਸਿੰਘ ਚਾਹ ਬਾਗ ਦੇ ਕਾਰਖਾਨੇ ਦਾ ਮਜ਼ਦੂਰ ਤੇ ਮਜ਼ਦੂਰ ਯੂਨੀਅਨ ਦਾ ਨੇਤਾ ਹੈ, ਜਿਸ ਦੀ ਆਸਥਾ CPI-M ਵਿੱਚ ਹੈ। ਉਹ ਡਾਕੂਆਂ ਦੇ ਟੋਲੇ ਦਾ ਸਥਾਨਕ ਨੇਤਾ ਸੀ ਤੇ ਉਹ ਭੂਟਾਨ ਦੇ ਗਵਾਂਢ ਦੇ ਜ਼ਿਲ੍ਹੇ ਜਲਪਾਈਗੁੜੀ ਤੋਂ ਆਉਂਦੇ ਡਾਕੂਆਂ ਦੇ ਟੋਲਿਆਂ ਨਾਲ ਮਿਲ ਕੇ ਕੰਮ ਕਰਦਾ ਹੈ। ਜਿਵਰਾਜ ਬੜਾ ਚਾਲਾਕ ਆਦਮੀ ਹੈ। ਉਹ ਕਿਸੇ ਉੱਚ ਆਦਰਸ਼ ਤੋਂ ਪ੍ਰੇਰਿਤ ਨਹੀਂ ਸੀ। ਰਤੀ ਮਾਗਰ ਨੇ ਮਜ਼ਦੂਰ ਸੰਗਠਨ ਦਾ ਨੇਤਾ ਹੋਣ ਦੀ ਅਧਿਕਾਰੀ ਵਜੋਂ ਚਾਹ ਦੀਆਂ ਪੱਤੀਆਂ ਤੋੜਨ ਵਾਲੀਆਂ 20 ਇਸਤਰੀਆਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਉੱਤਮ ਚਾਹ ਦੀ ਸਿਆਲੇ ਦੇ ਸ਼ੁਰੂ ਵਿੱਚ ਭਰਵੀਂ ਫਸਲ ਹੋਣ ਕਾਰਨ ਦਿਹਾੜੀ ਤੇ ਚਾਹ ਪੱਤੀ ਤੋੜ ਲਈ ਰੱਖਿਆ ਗਿਆ ਸੀ। ਉਹਨਾਂ ਦੀ ਥਾਂ ਤੇ ਰਤੀ ਨੇ ਮਜ਼ਦੂਰ ਲਿਆ ਕੇ ਰਖਵਾ ਦਿੱਤੇ ਸਨ, ਜਿਨ੍ਹਾਂ ਤੋਂ ਉਸਨੇ 3500 ਰੁਪਏ ਲੈ ਲਏ ਸਨ। ਹਟਾਏ ਗਏ ਚਾਹ ਪੱਤੀ ਦੇ ਮਜ਼ਦੂਰਾਂ ਵਿੱਚੋਂ 2 ਸਿੰਗੀਦਰਾ ਜਿਵਰਾਜ ਦੀਆਂ ਲੜਕੀਆਂ ਵੀ ਸਨ। ਰਤੀ ਮਾਗਰ ਗਵਾਂਢ ਦੀ ਪਹਾੜੀ ਚੋਟੀ ਦੇ ਪਿੰਡ ਫੁੱਲਬਾੜੀ ਦੇ ਰਹਿਣ ਵਾਲਾ ਸੀ। ਰਤੀ ਨੂੰ ਚਾਹ ਬਾਗ ਚੋਂ ਗ੍ਰਿਫਤਾਰ ਕਰਨਾ ਬਹੁਤ ਅਸੰਭਵ ਸੀ। ਮਜ਼ਦੂਰ ਜਥੇਬੰਦੀ ਤੇ ਖਾੜਕੂ ਉਸਦੇ ਉਦਾਲੇ ਰਹਿੰਦੇ ਸਨ ਤੇ ਉਸਦੇ ਦਫ਼ਤਰ ਤੇ ਕਮਿਊਨਿਸਟ ਪਾਰਟੀ ਦੇ ਝੰਡੇ ਝੁਲਦੇ ਰਹਿੰਦੇ ਸਨ, ਜਿਵੇਂ ਦਫ਼ਤਰ ਦੀ ਮੋਰਚਾਬੰਦੀ ਕੀਤੀ ਹੋਵੇ। ਤੰਗ ਪਹਾੜੀ ਰਸਤੇ ਰਾਹੀਂ ਫੁੱਲਬਾੜੀ ਜਾ ਕੇ ਉਸਨੂੰ ਗ੍ਰਿਫਤਾਰ ਕਰਨਾ ਵੀ ਉਤਨਾ ਹੀ ਔਖਾ ਸੀ, ਕਿਉਂ ਉਹ ਰਾਹ ਸੰਘਣੇ ਜੰਗਲ ਨਾਲ ਘਿਰਿਆ ਹੋਇਆ ਸੀ। ਬਹੁਤੇ ਹੋਰਨਾਂ ਪਿੰਡਾਂ ਵਾਂਗ ਫੁੱਲਬਾੜੀ ਵਿੱਚ ਕੁੱਤੇ ਵੀ ਬਹੁਤੇ ਸਨ, ਜਿਨ੍ਹਾਂ ਵਿੱਚ ਪਾਲਤੂ ਤਾਂ ਥੋੜੇ ਸਨ, ਪਰ ਅਵਾਰਾ ਤੇ ਗੰਦਮੰਦ ਤੇ ਪਾਲਣ ਵਾਲੇ ਬਹੁਤ ਜ਼ਿਆਦਾ ਸਨ। ਅਸੀਂ ਇਤਲਾਹ ਦੇ ਆਧਾਰ ਤੇ ਬੜੇ ਹੌਸਲੇ ਨਾਲ ਰਾਤ ਨੂੰ ਛਾਪਾ ਮਾਰਿਆ। ਉਸਦੇ ਚਿੱਤੜਾਂ ਤੇ ਗੋਲੀ ਮਾਰ ਕੇ ਉਸਨੂੰ ਭੱਜਣ ਜੋਗਾ ਨਾ ਛੱਡਿਆ ਤੇ ਗ੍ਰਿਫਤਾਰ ਕਰ ਲਿਆ। ਇਹ ਕਾਰਵਾਈ ਪੂਰੀ ਤਰ੍ਹਾਂ ਸਫਲ ਸੀ, ਪਰੰਤੂ ਮੁਸ਼ਕਿਲ ਮਗਰੋਂ ਸ਼ੁਰੂ ਹੋਈ। ਮੈਂ ਇਹ ਜਾਣ ਕੇ ਡਰ ਗਿਆ ਕਿ ਫੁੱਲਬਾੜੀ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਸੀ ਤੇ ਉਦਾਲਬਾੜੀ ਥਾਣੇ ਦੇ ਅਧਿਕਾਰ ਖੇਤਰ ਵਿੱਚ ਸੀ, ਜੋ ਗਵਾਂਢੀ ਜ਼ਿਲ੍ਹੇ ਜਲਪਾਈਗੁੜੀ ਵਿੱਚ ਪੈਂਦਾ ਸੀ। FIR ਉੱਥੇ ਹੀ ਲਿਖੀ ਜਾਣੀ ਸੀ ਤੇ ਤਕਨੀਕੀ ਤੌਰ ਤੇ
ਉਦਾਲਬਾੜੀ ਦੇ ਕਿਸੇ ਅਧਿਕਾਰੀ ਦਾ ਇੱਥੇ ਹਾਜ਼ਰ ਹੋਣਾ ਜ਼ਰੂਰੀ ਸੀ। ਮੈਂ ਘਬਰਾਹਟ ਨਾ ਦਿਖਾਈ, ਪਰ ਮੈਂ ਰੱਤੀ ਮਾਰਗ ਦੇ ਘਰਾਨੇ ਤੇ ਛਾਪਾ ਮਾਰਨ ਤੋਂ ਉਤਪੰਨ ਹੋਈਆਂ ਸਮੱਸਿਆਵਾਂ ਤੋਂ ਵੀ ਬੇਖਬਰ ਨਹੀਂ ਸੀ। ਮੈਂ ਆਪਣੇ ਅਧਿਕਾਰ ਖੇਤਰ ਤੋਂ 1 ਮੀਲ ਬਾਹਰ ਚਲਾ ਗਿਆ ਸੀ ਤੇ ਹੁਣ ਮੈਂ ਉਡਲਾਬੜੀ ਥਾਣੇ ਦੇ SHO ਤੇ ਰਹਿਮ ਤੇ ਸੀ ਕਿ ਉਹ ਇਸ ਛਾਪੇ ਨੂੰ ਕਾਨੂੰਨੀ ਤੌਰ ਤੇ ਸਹੀ ਸਿੱਧ ਕਰਨ ਲਈ ਤੇ ਹਥਿਆਰਾਂ ਦੀ ਵਰਤੋਂ ਨੂੰ ਉਚਿਤ ਦੱਸਣ ਲਈ ਮੁਕੱਦਮਾ ਚੱਲਣ ਸਮੇਂ ਪ੍ਰਮਾਣਾਂ ਸਮੇਤ ਕਾਨੂੰਨੀ ਤੌਰ ਤੇ ਬੇਨੁਕਸ ਮੁਕੱਦਮਾ ਤਿਆਰ ਕਰੇਗਾ। ਮੈਂ ਸਵੇਰੇ 5 ਵਜੇ SP ਨੂੰ ਫੋਨ ਕਰਕੇ ਬੇਨਤੀ ਕੀਤੀ ਕਿ ਉਹ ਗਵਾਂਢੀ ਜ਼ਿਲ੍ਹੇ ਦੇ SP ਨਾਲ ਗੱਲ ਕਰੇ। ਮੈਨੂੰ ਨਹੀਂ ਪਤਾ ਕਿ ਉਸਨੇ ਕੀ ਕੀਤਾ। ਸ਼ਾਇਦ ਉਸਨੇ ਮੇਰੀ ਬੇਨਤੀ ਅਣਗੌਲੀ ਕਰ ਦਿੱਤੀ ਤੇ ਮੈਨੂੰ ਆਪਣੇ ਵਸੀਲਿਆਂ ਦੇ ਆਸਰੇ ਛੱਡ ਦਿੱਤਾ। ਨਿਰਾਸ਼ ਹੋ ਕੇ ਮੈਂ 6 ਵਜੇ ਸਵੇਰੇ ਜਲਪਾਈਗੁੜੀ ਦੇ DIG ਦੇ ਨਿਵਾਸ ਤੇ ਜਾ ਕੇ ਉਸਨੂੰ ਮਿਲਿਆ। ਮੈਂ ਸਾਰੇ ਘਟਨਾ ਬੜੇ ਸੰਖੇਪਤਾ ਨਾਲ ਦੱਸੀ ਤੇ ਬੇਨਤੀ ਕੀਤੀ ਕਿ ਮੈਨੂੰ ਇੱਕ ਤਜਰਬਾਕਾਰ DSP ਦੀ ਸਹਾਇਤਾ ਦੀ ਲੋੜ ਹੈ, ਜੋ ਬੇਨੁਕਸ FIR ਲਿਖਵਾ ਕੇ ਪੜਤਾਲ ਲਈ ਕੇਸ ਗੋਰਬਾਨਾਥ ਥਾਣਾ ਮੁਖੀ ਨੂੰ ਸੌਂਪ ਦੇਵੇ। ਮੇਰਾ DIG ਬਦਮਿਜਾਜ ਤੇ ਕਾਲੇ ਸੁਭਾਅ ਦਾ ਸੀ। ਮੈਨੂੰ ਉਸ ਤੋਂ ਬਹੁਤ ਉਮੀਦ ਨਹੀਂ ਸੀ, ਪਰ ਮੇਰੇ ਕੋਲ ਉਸ ਤੇ ਨਿਰਭਰ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਵੀ ਨਹੀਂ ਸੀ। ਇਹ ਘਟਨਾ ਕਾਫੀ ਸਮਾਂ ਮੇਰੇ ਮਨ ਤੇ ਛਾਈ ਰਹੀ। ਇਸ ਦੌਰਾਨ ਰੱਤੀ ਮਾਰਗ ਗੋਲੀ ਲੱਗਣ ਕਾਰਨ ਮਰ ਗਿਆ। ਉਸਦੇ ਸਿਆਸੀ ਮੁਰਸ਼ਦ 1967 ਦੀਆਂ ਚੋਣਾਂ ਵਿੱਚ ਬੜੇ ਸਰਗਰਮ ਹੋ ਗਏ, ਜਦੋਂ ਕਮਿਊਨਿਸਟ ਬਾਗੀ ਕਾਂਗਰਸੀ ਦੀ ਅਗਵਾਈ ਵਿੱਚ ਬਣੇ ਗਠਬੰਧਨ ਵਾਲੀ ਸਰਕਾਰ ਤੇ ਭਾਈਵਾਲ ਹੋ ਗਏ। ਨਵੀਂ ਸਰਕਾਰ ਨੇ ਇੱਕ ਕਾਂਗਰਸੀ ਵਿਚਾਰਧਾਰਾ ਵਾਲੇ ਪੁਲਿਸ ਅਫਸਰ ਹੱਥੋਂ ਮਾਰੇ ਗਏ ਇੱਕ ਕਮਿਊਨਿਸਟ ਆਗੂ ਦੀ ਪੜਤਾਲ ਮੈਜਿਸਟ੍ਰੇਟ ਤੋਂ ਕਰਵਾਉਣ ਦੇ ਹੁਕਮ ਦੇ ਦਿੱਤੇ। ਨੌਜਵਾਨ ਮੈਜਿਸਟ੍ਰੇਟ ਨੇ ਛਾਪਾ ਮਾਰਨ ਗਏ ਪੁਲਿਸ ਦਲ ਅਤੇ ਮੈਨੂੰ ਦੋਸ਼ ਮੁਕਤ ਕਰ ਦਿੱਤਾ। ਮੈਜਿਸਟ੍ਰੇਟ ਦੇ ਫੈਸਲੇ ਤੋਂ ਕਮਿਊਨਿਸਟ ਪਾਰਟੀ ਸੰਤੁਸ਼ਟ ਨਾ ਹੋਈ। ਇਸ ਦੌਰਾਨ ਸਾਊ ਹੀ ਹੈ ਨਾ, ਮੇਰੇ ਮਿਟਿਆ ਥੋੜਾ ਥੱਲੋਂ, ਇਸ ਸਾਊ ਕਮਿਸ਼ਨਰ ਈਵਾਨ ਸੁਰੀ। ਅੱਛਾ, ਮੈਂ ਨਾ, ਤੁਸੀਂ ਅੱਗੇ ਕੰਟੀਨਿਊ ਕਰਿਓ। ਹੁਣ ਜਿਹੜਾ ਤੁਸੀਂ ਪੜ੍ਹਿਆ ਉਹ ਬੰਦਾ ਰਤੀ ਮਗਾਰ ਨੂੰ ਵੇਖੋ, ਵੀ ਉਹਦੇ ਤੇ ਦੋਸ਼ ਹੁੰਦਾ ਵੀ ਕਮਿਊਨਿਸਟ ਪਾਰਟੀ ਨਾਲ ਰਲਿਆ ਹੋਇਆ, ਜਿਹੜਾ ਜਿਬਰਾਲ ਆਉਂਦਾ ਉੱਥੇ ਮੁਖਬਰੀ ਕਰਦਾ। ਹੁਣ ਤੁਸੀਂ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਸੋਚ ਕੇ ਦੇਖੋ। ਅੱਛਾ, ਉਹਨੂੰ ਗੋਲੀ ਮਾਰ ਦਿੰਦਾ, ਉਹਦੇ ਤੇ ਕੀ ਸੀ ਵੀ ਉਹ ਕਮਿਊਨਿਸਟ ਪਾਰਟੀ ਤੇ ਸੀ, ਤੇ ਉਹ ਜਿਹੜੀ ਮਤਲਬ ਵੀ ਉੱਥੇ ਚਾਹ ਦੇ ਬਾਗਾਨ ਸੀ ਉਹਨਾਂ ਦੇ ਇਹ ਦੋਸ਼ ਹੈ, ਕੋਈ ਹੋਰ ਕੋਈ ਫੈਕਟ ਨਹੀਂ ਆਉਂਦਾ ਹੈ। ਫਿਰ ਉਹ ਕਹਿੰਦਾ ਵੀ ਉਹਦੀ ਜੂਰਿਸਡਿਕਸ਼ਨ ਨਹੀਂ, ਉਹ ਫਿਰ ਉਹਦਾ ਬੰਦੇ ਦਾ ਪ੍ਰਬੰਧ ਵੀ DSP ਦਾ ਕਰੇ, ਜਿਹੜੀ ਉਹ FIR ਲਿਖੇ ਵੀ ਉੱਥੇ ਉਹ ਕਾਂਡ ਹੋਇਆ ਅੱਗੇ ਪਿੱਛੇ, ਜਿਹੜੀਆਂ ਜਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਕੀਤੀ ਤੇ ਉਹ ਮੰਨੇ ਨਹੀਂ ਹੈਗੇ ਵੀ ਅਸੀਂ ਚੁੱਕਿਆ ਹੀ ਨਹੀਂ ਹੈਗਾ, ਹਾਲਾਂਕਿ ਪਿੰਡ ਦੇ ਸਾਹਮਣੇ। ਜਿਹੜਾ ਇਹ ਹਰਾਮਪੁਣਾ, ਇਹ ਦੇਖੋ ਕਦੋਂ ਦੀ ਕਰ ਰਹੀ ਆ, ਇਹ ਉਹਨਾਂ ਦੇ ਟੈਕਟਿਕ ਨੇ। ਹੁਣ ਅੱਗੇ ਤੁਸੀਂ ਜਦੋਂ ਇਹ ਪੜ੍ਹੋਗੇ ਉਹਦੇ ਤੇ ਕੰਟੀਨਿਊ ਕਰੋ, ਬਸ ਮੈਂ ਇੱਥੇ ਹੀ ਕਰਦਾ ਵੀ ਤੁਸੀਂ ਦੇਖੋ, ਇੱਕ ਪਾਸੇ ਉਹ ਕਮਿਊਨਿਸਟ ਪਾਰਟੀ ਕਹਿ ਰਹੇ ਆ ਵੀ ਉਹ ਸਟੇਟ ਨਾਲ ਲੜ ਰਹੀ ਹੈ, ਤੇ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਕੌਣ ਕਰਾ ਰਿਹਾ? ਹੁਣ ਵੀ ਹਥਿਆਰ ਉਹਨਾਂ ਨੂੰ ਕਮਿਊਨਿਸਟਾਂ ਨੂੰ ਵੇਚ ਰਹੇ ਆ, ਦੋਵਾਂ ਪਾਸਿਆਂ ਨੂੰ ਰਸ਼ੀਆ ਫੁੱਲ ਪੈਸੇ ਕਮਾ ਰਿਹਾ, ਉੱਧਰ ਵੀ, ਤੇ ਮਗਰੋਂ ਉਹਨਾਂ ਦੀਆਂ ਲਿਸਟਾਂ ਵੀ ਦੇ ਰਿਹਾ ਵੀ ਸਰਕਾਰ ਉਹਨਾਂ ਨੂੰ ਠੋਕ ਰਹੀ ਹੈ। ਸੋ ਕਰੋ ਕੰਟੀਨਿਊ। ਹਾਂਜੀ। ਇਸ ਦੌਰਾਨ ਸਾਊ ਕਮਿਸ਼ਨਰ ਇਵਾਨ ਸੁਰੀਤਾ ਦੀ ਮੌਤ ਹੋ ਗਈ ਤੇ ਉਸ ਦੇ ਸਥਾਨ ਤੇ ਨਿਯੁਕਤ SC ਬੈਨਰਜੀ ਨੂੰ ਰਾਜ ਸਕੱਤਰੇਤ ਲੇਖਕ ਭਵਨ ਤੋਂ ਘਟਨਾ ਦੀ ਜਾਂਚ ਕਰਨ ਦੇ ਆਦੇਸ਼ ਆ ਗਏ। ਮਿਸਟਰ ਬੈਨਰਜੀ ਹੀ ਮਸ਼ਹੂਰੀ ਇੱਕ ਸਖਤ ਅਫਸਰ ਵਜੋਂ ਸੀ। ਇੱਕ ਦਿਨ ਸਵੇਰੇ ਵੇਲੇ ਹੀ ਉਹ ਕਾਲਿੰਪੋਂਗ ਪਹੁੰਚ ਗਿਆ ਤੇ ਰੱਤੀ ਮਾਰਗ ਦੇ ਕੇਸ ਬਾਰੇ ਮੈਥੋਂ ਪੁੱਛਗਿੱਛ ਕੀਤੀ। ਇਹ ਬੜੀ ਹੈਰਾਨੀ ਤੇ ਸਦਮੇ ਵਾਲੀ ਗੱਲ ਸੀ। ਮੇਰੇ ਉੱਚ ਅਧਿਕਾਰੀਆਂ ਨੇ ਮੈਨੂੰ ਇਸ ਬਾਰੇ ਕੋਈ ਪੂਰਵ ਸੂਚਨਾ ਨਹੀਂ ਦਿੱਤੀ ਸੀ। ਉਸਨੇ ਗੋਰਬਥਾਨ ਥਾਣੇ ਦਾ ਦੌਰਾ ਵੀ ਕੀਤਾ ਤੇ ਸਟਾਫ ਦੀ ਪੁੱਛਗਿੱਛ ਕੀਤੀ ਤੇ ਥਾਣੇ ਦੇ ਕਾਗਜ਼ਾਂ ਦੀ ਜਾਂਚ ਪੜਤਾਲ ਵੀ ਕੀਤੀ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਸਥਿਤੀ ਨੂੰ ਕਿਵੇਂ ਸੰਭਾਲਿਆ ਜਾਵੇ, ਪਰ ਮੈਂ ਥਾਣਾ ਮੁਖੀ ਨੂੰ ਜਾ ਕੇ ਕਮਿਸ਼ਨਰ ਦਾ ਚੰਗੀ ਤਰ੍ਹਾਂ ਸਵਾਗਤ ਕਰਨ ਦੇ ਮੁਕੱਦਮੇ ਦਾ ਸਾਰਾ ਰਿਕਾਰਡ ਪਰ ਮੈਂ ਥਾਣਾ ਮੁਖੀ ਨੂੰ ਜਾ ਕੇ ਕਮਿਸ਼ਨਰ ਦਾ ਚੰਗੀ ਤਰ੍ਹਾਂ ਸਵਾਗਤ ਕਰਨ ਤੇ ਮੁਕੱਦਮੇ ਦਾ ਸਾਰਾ ਰਿਕਾਰਡ ਵਿਖਾਉਣ ਦੀ ਹਦਾਇਤ ਕੀਤੀ। ਮੈਨੂੰ ਯਾਦ ਹੈ ਕਿ ਮੈਂ ਥਾਣੇ ਦੇ ਸਟਾਫ ਨੂੰ ਹੌਸਲੇ ਭਰੇ ਕੁਝ ਸ਼ਬਦ ਵੀ ਕਹੇ ਤੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੀ ਸੁਰਖਰੂ ਹੋ ਕੇ ਨਿਕਲਾਂਗੇ। ਅਸੀਂ ਸੁਰਖਰੂ ਹੋ ਗਏ। ਮੇਰੀ ਸ਼ਾਦੀ ਦੇ ਥੋੜੇ ਦਿਨ ਮਗਰੋਂ, ਸ਼ਾਇਦ 16 ਫਰਵਰੀ 1968 ਦੇ ਨੇੜੇ ਤੇੜੇ,
ਮੈਨੂੰ ਡਾਕ ਵਿੱਚ ਭਾਰੀ ਲਿਫਾਫਾ ਮਿਲਿਆ। ਇਸ ਵਿੱਚ ਜਲਪਾਈਗੁੜੀ ਮੰਡਲ ਤੇ ਕਮਿਸ਼ਨਰ SG ਬੈਨਰਜੀ ਦਾ ਨਿਰਣੈ ਸੀ। ਉਸਨੇ ਨਾ ਕੇਵਲ ਮੈਨੂੰ ਤੇ ਮੇਰੇ ਸਾਥੀਆਂ ਨੂੰ ਦੋਸ਼ ਮੁਕਤ ਹੀ ਕਰ ਦਿੱਤਾ ਸੀ, ਸਗੋਂ ਇੱਕ ਲੰਮੇ ਪਹਿਰੇ ਵਿੱਚ ਇੱਕ ਬਦਨਾਮ ਡਾਕੂ ਨੂੰ ਫੜਨ ਲਈ ਵਿਖਾਈ ਗਈ ਬਹਾਦਰੀ ਨੂੰ ਨਿਪੁੰਨਤਾ ਲਈ ਮੇਰੀ ਸ਼ਲਾਘਾ ਵੀ ਕੀਤੀ ਸੀ। ਉਸਨੇ ਆਪਣੇ ਕਥਨ ਦੇ ਨਾਲ ਇਹ ਟਿੱਪਣੀ ਵੀ ਕੀਤੀ ਕਿ ਮੇਰੀਆਂ ਅਣਥੱਕ ਕੋਸ਼ਿਸ਼ਾਂ ਨਾਲ ਚਾਹ ਬਾਗਾਂ ਵਿੱਚ ਡਕੈਤੀਆਂ 70% ਘੱਟ ਹੋ ਗਈਆਂ ਹਨ। ਉਹ ਰਿਪੋਰਟ ਮੁੱਖ ਸਕੱਤਰ ਦੇ ਹਵਾਲੇ ਕਰ ਦਿੱਤੀ ਗਈ ਤੇ ਉਸ ਦੀਆਂ ਨਕਲਾਂ IG ਜਲਪਾਈਗੁੜੀ ਖੇਤਰ ਦੇ SP ਦਾਰਜਲਿੰਗ ਲਈ ਚਿੰਨ੍ਹਿਤ ਕਰ ਦਿੱਤੀਆਂ ਗਈਆਂ। ਭੂਟਾਨ ਤੇ ਸਿੱਕਮ ਦੀ ਸੀਮਾ ਨਾਲ ਲੱਗਦੇ ਜੰਗਲੀ ਜੀਵਾਂ ਨਾਲ ਭਰੇ ਸੰਘਣੇ ਜੰਗਲਾਂ ਨੇ ਬੜੀ ਅਚਰਜ ਗੱਲਾਂ ਸਾਹਮਣੇ ਲਿਆਂਦੀਆਂ। ਬਹੁਤ ਸੰਤੋਖਜਨਕ ਕਾਰਜਾਂ ਦਾ ਪੁਲਿਸ ਦੀ ਨਿਯਮਾਵਲੀ ਨਾਲ ਕੋਈ ਸੰਬੰਧ ਨਹੀਂ ਸੀ। ਫਿਰ ਵੀ ਇਹਨਾਂ ਵਿੱਚੋਂ ਕੁਝ ਘਟਨਾਵਾਂ ਨੇ ਮੇਰੀ ਕਲਪਨਾ ਨੂੰ ਪ੍ਰਚੰਡ ਕੀਤਾ ਤੇ ਸਫਲਤਾ ਦੇ ਅਰਥਾਂ ਦਾ ਬੋਧ ਕਰਾਉਣ ਲਈ ਮੇਰੀ ਸੂਝ ਨੂੰ ਹੋਰ ਵਧਾਇਆ। ਕਾਲਿਮਪੋਂਗ ਤੇ ਜਲਪਾਈਗੁੜੀ ਦੀ ਖੱਬੀ ਤੇ ਜੰਗਲ ਅਦਭੁਤ ਬਨਸਪਤੀ ਤੇ ਜੀਵਾਂ ਜੰਤੂਆਂ ਨਾਲ ਪ੍ਰਸਿੱਧ ਸਨ। ਕਾਈ ਵਰਗੇ ਪੌਦਿਆਂ ਉੱਪਰ ਰੰਗ ਬਰੰਗੇ ਫੁੱਲਾਂ ਨਾਲ ਤੇ ਡੱਬ ਖੜੱਬੇ ਚੀਤੇ, ਧਾਰੀਦਾਰ ਸ਼ੇਰ, ਡੱਬੇ ਹਿਰਨ ਤੇ ਵੱਡੇ ਆਕਾਰ ਦੇ ਹਾਥੀਆਂ ਨਾਲ ਜੰਗਲ ਭਰੇ ਪਏ ਸਨ। ਇਹ ਸੁੰਦਰ ਜੀਵ ਜੰਤੂ ਆਪਣੇ ਨਿਵਾਸ ਸਥਾਨ ਵਿੱਚ ਮਨੁੱਖੀ ਧਾਵਿਆਂ ਤੋਂ ਨਿਰਾਸ਼ ਹੁੰਦੇ ਸਨ ਤੇ ਕਈ ਵਾਰ ਉਹ ਖੁਰਾਕ ਦੀ ਭਾਲ ਲਈ ਚਾਹ ਬਾਗਾਂ ਦੇ ਮਨੁੱਖੀ ਟਿਕਾਣਿਆਂ ਤੇ ਵੀ ਭੁੱਲੇ ਭਟਕੇ ਆ ਜਾਂਦੇ ਸਨ। ਮੈਂ ਆਪਣੇ ਪਾਠਕਾਂ ਨੂੰ ਸ਼ਾਨਦਾਰ ਹਿਮਾਲਾ ਦੇ ਭਰਮਣ ਦਾ ਵੇਰਵਾ ਦੇਣਾ ਨਹੀਂ ਚਾਹੁੰਦਾ, ਪਰੰਤੂ ਕਮਾਈ ਦੇ ਚਾਹ ਬਾਗਾਂ ਵਿੱਚ ਜੰਗਲੀ ਹਾਥੀਆਂ ਦੇ ਇੱਕ ਝੁੰਡ ਦਾ ਵਰਤਾਰਾ ਬੜਾ ਅਚਰਜਤਾ ਭਰਪੂਰ ਤੇ ਮੇਰੀ ਨਿੱਜੀ ਯੋਗਤਾ ਤੇ ਪੇਸ਼ਾਵਰ ਨਿਪੁੰਨਤਾ ਲਈ ਇੱਕ ਵੰਗਾਰ ਸੀ। ਇਹ ਇੱਕ ਪ੍ਰਕਾਰ ਦੀ ਆਦਮੀ ਤੇ ਜਾਨਵਰ ਵਿੱਚ ਹੋਣ ਦੀ ਟੱਕਰ ਸੀ। ਮੈਂ ਜਸਟਿਸ SR ਦਾਸ ਦੇ ਘਰ ਰਾਤਰੀ ਭੋਜਨ ਕਰ ਰਿਹਾ ਸੀ ਜਦੋਂ ਮੈਨੂੰ ਤੁਰੰਤ ਹੀ ਕਮਾਈ ਜਾ ਕੇ ਜੰਗਲੀ ਹਾਥੀਆਂ ਦੇ ਝੁੰਡ ਦਾ ਮੁਕਾਬਲਾ ਕਰਨ ਦਾ ਆਦੇਸ਼ ਮਿਲਿਆ, ਜੋ ਚਾਹ ਬਾਗਾਂ ਵਿਚਲੇ ਘਰਾਂ ਵਿੱਚ ਜਾ ਵੜੇ ਸਨ। ਹਰ ਸਾਲ ਜੰਗਲੀ ਹਾਥੀ ਚਾਹ ਬਾਗਾਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਉਂਦੇ ਤੇ ਬਹੁਤ ਸਾਰੇ ਚਾਹ ਬਾਗਾਂ ਦੇ ਮਜ਼ਦੂਰਾਂ ਨੂੰ ਮਾਰ ਦਿੰਦੇ ਸਨ। 1967 ਤੱਕ ਕਮਾਈ ਨੂੰ ਕੋਈ ਪੱਕੀ ਸੜਕ ਨਹੀਂ ਜਾਂਦੀ ਸੀ। ਚਲਸਾ ਤੇ ਕਮਾਈ ਚਾਹ ਬਾਗਾਂ ਨੂੰ ਵੱਖ ਕਰਦੀ ਨਦੀ ਤੇ ਕੋਈ ਪੁਲ ਵੀ ਨਹੀਂ ਸੀ। ਮੈਂ ਕਈ ਵਾਰ ਇਹ ਨਦੀ ਪਾਰ ਕੀਤੀ ਸੀ, ਪਰ ਇਸ ਰਾਤ ਡਰਾਈਵਰ ਨੀਮਾ ਨੂੰ ਹੰਗਾਮੀ ਤੌਰ ਤੇ ਬ੍ਰੇਕਾਂ ਲਾਉਣੀਆਂ ਪਈਆਂ ਤੇ ਜੀਪ ਅਚਾਨਕ ਖੜ ਗਈ। ਤੂੰ ਗੱਡੀ ਕਿਉਂ ਰੋਕ ਲਈ? ਮੈਂ ਡਰੇ ਹੋਏ ਡਰਾਈਵਰ ਨੂੰ ਜ਼ੋਰ ਦੀ ਦਬਕਾਇਆ। ਉਸਨੇ ਨਦੀ ਦੇ ਬਰੇਤੇ ਤੇ ਕੰਕਰ ਵਿੱਚ ਇਕੱਠੇ ਹੋਏ ਹਾਥੀਆਂ ਦੇ ਝੁੰਡ ਵੱਲ ਹੱਥ ਕੀਤਾ। ਉਹਨਾਂ ਚੋਂ ਕੁਝ ਤਾਂ ਪਾਣੀ ਪੀ ਰਹੇ ਸਨ ਤੇ ਕੁਝ ਹੋਰ ਡੱਬੇ ਹਿਰਨਾਂ ਵੱਲ ਪਾਣੀ ਛਿੜਕ ਰਹੇ ਸਨ, ਜੋ ਪਿਆਸ ਬੁਝਾਉਣ ਲਈ ਇੱਕ ਟੋਏ ਨੇੜੇ ਇਕੱਠੇ ਹੋਏ ਸਨ। ਮੈਂ ਕੀ ਕਰਾਂ? ਮੈਂ ਤਨਵੀਰ ਤੇ ਨੀਮਾ ਨੂੰ ਉਹਨਾਂ ਦੀ ਮੁਹਾਰਤ ਭਰੀ ਸਲਾਹ ਪੁੱਛੀ। ਨੀਮਾ ਨੇ ਤਾਂ ਸਾਫ਼ ਹੀ ਸਲਾਹ ਦਿੱਤੀ ਕਿ ਆਓ ਮੁੜ ਚੱਲੀਏ। ਇਹ ਭੂਤਰਿਆ ਹੋਇਆ ਝੁੰਡ ਸੀ। ਅਸੀਂ ਚਾਲਸਾ ਡਾਕ ਬੰਗਲੇ ਚਲੇ ਜਾਈਏ। ਅਸੀਂ ਕੱਲ ਸਵੇਰੇ ਨਦੀ ਪਾਰ ਕਰ ਲਵਾਂਗੇ। ਸਾਹਿਬ, ਇਹ ਠੀਕ ਹੈ। ਤਨਵੀਰ ਨੇ ਵੀ ਆਪਣੀ ਸਲਾਹ ਦੇ ਦਿੱਤੀ, ਪਰ ਮੈਨੂੰ ਮਿਲੇ ਹੁਕਮ ਸਪਸ਼ਟ ਸਨ ਕਿ ਮੈਨੂੰ ਹਾਥੀਆਂ ਦੇ ਝੁੰਡ ਨੂੰ ਡਰਾ ਕੇ ਡਰੇ ਹੋਏ ਮਜ਼ਦੂਰਾਂ ਨੂੰ ਸੁਰੱਖਿਆ ਖੇਤਰ ਵਿੱਚ ਪਹੁੰਚਾਉਣ ਦੇ ਆਦੇਸ਼ ਸਨ। ਹਾਥੀਆਂ ਦਾ ਝੁੰਡ ਭੂਟਾਨ ਤੋਂ ਆਇਆ ਸੀ ਤੇ ਉਸਨੇ 2 ਆਦਮੀ ਮਾਰ ਦਿੱਤੇ ਸਨ ਤੇ ਮਜ਼ਦੂਰਾਂ ਦੀਆਂ ਛੰਨਾਂ ਛੱਪੜੀਆਂ ਤਬਾਹ ਕਰ ਦਿੱਤੀਆਂ ਸਨ। ਮੇਰੇ ਉੱਪਰ ਹਾਥੀਆਂ ਦੇ ਝੁੰਡ ਨੂੰ ਡਰਾ ਧਮਕਾ ਕੇ ਭੂਟਾਨ ਦੇ ਜੰਗਲਾਂ ਵਿੱਚ ਜਲ ਧਾਕਾ ਦਰਿਆ ਦੇ ਪਾਰ ਤੱਕ ਭਜਾ ਦੇਣ ਦਾ ਖਬਤ ਸਵਾਰ ਸੀ। ਮੈਂ ਜੀਪ ਮੋੜ ਕੇ ਚਾਲਸਾ ਨਦੀ ਵੱਲ ਭੀੜ ਸਮੇਂ ਭੱਜ ਜਾਣ ਲਈ ਤਿਆਰ ਕਰ ਲਈ। ਮੈਂ ਆਪਣੇ ਪੈਂਤੜੇ ਪਿੱਛੋਂ ਜੀਪ 'ਚੋਂ ਉਤਰਿਆ ਤੇ ਸਿਪਾਹੀਆਂ ਦੀ 303 ਬੋਰ ਦੀ ਰਾਈਫਲ ਲੈ ਕੇ ਹਵਾ 'ਚ ਗੋਲੀ ਚਲਾ ਦਿੱਤੀ। ਹਿਰਨਾਂ ਦੇ ਝੁੰਡ ਨੇ ਤਾਂ ਚੁੰਗੀਆਂ ਭਰ ਲਈਆਂ ਤੇ ਝਾੜੀਆਂ ਵਿੱਚ ਵੜ ਗਏ। ਹਾਥੀਆਂ ਨੇ ਗੋਲੀ ਦੀ ਗੂੰਜ ਦੀ ਕੋਈ ਪਰਵਾਹ ਨਾ ਕੀਤੀ। ਮੈਂ ਇੱਕ ਹੋਰ ਗੋਲੀ ਚਲਾ ਦਿੱਤੀ। ਇੱਕ ਵੱਡੇ ਸਾਰੇ ਹਾਥੀ ਨੇ ਹੌਲੀ-ਹੌਲੀ ਘੱਟ ਡੂੰਘੇ ਪਾਣੀ 'ਚੋਂ ਨਿਕਲ ਕੇ ਸਰਕਣਾ ਸ਼ੁਰੂ ਕੀਤਾ ਤੇ ਆਪਣੀ ਸੁੰਡ ਆਵਾਜ਼ ਤੇ ਸੰਭਾਵੀ ਸਰੋਤ ਵੱਲ ਕਰ ਲਈ। ਜਾਨਵਰ, ਜੋ ਤਨਵੀਰ ਦੇ ਸ਼ਬਦਾਂ ਵਿੱਚ ਹਾਥੀਆਂ ਦਾ ਰਾਜਾ ਸੀ, ਨੇ 2 ਕੁ ਵਾਰ ਆਪਣਾ ਸਿਰ ਹਿਲਾਇਆ ਤੇ ਆਖਰ ਆਪਣੀ ਨਜ਼ਰ ਜੀਪ ਦੇ ਪਿੱਛੇ ਲਾਲ ਬੱਤੀ ਤੇ ਟਿਕਾ ਲਈ। ਉਸਦੇ ਸੰਘ ਵਿੱਚ ਗੁੱਸੇ ਭਰੀ ਚੀਕ ਨਿਕਲੀ, ਜਿਸ ਨਾਲ ਬਾਕੀ ਝੁੰਡ ਨੂੰ ਵੀ ਚੇਤਾਵਨੀ ਦਾ ਸੰਕੇਤ ਮਿਲ ਗਿਆ। ਉਹ ਵੀ ਸਣੇ 2 ਬੱਚਿਆਂ ਦੇ ਕੰਕਰੀਲੀ ਰੇਤ ਵਿੱਚੋਂ ਬਾਹਰ ਨਿਕਲਣ ਲੱਗੇ ਤੇ
ਯੁੱਧ ਪੰਕਤੀ ਬਣਾ ਕੇ ਖੜੇ ਹੋ ਗਏ। ਜਨਾਬ ਜੀਪ ਵਿੱਚ ਬੈਠੋ। ਤਨਵੀਰ ਨੇ ਮੈਨੂੰ ਅਗਲੀ ਸੀਟ ਵੱਲ ਧੱਕਿਆ, ਪਰ ਮੈਂ ਵੱਡੇ ਕਾਲੇ ਪਹਾੜ ਦੇ ਢੇਰ ਤੋਂ ਡਰਨ ਲਈ ਤਿਆਰ ਨਹੀਂ ਸੀ, ਜੋ ਹੁਣ ਹਰਕਤ ਵਿੱਚ ਤਿਆਰ ਖੜਾ ਸੀ। ਮੈਂ ਇੱਕ ਹੋਰ ਗੋਲੀ ਹਵਾ ਵਿੱਚ ਚਲਾਈ, ਜੋ ਹਾਥੀਆਂ ਦੇ ਆਗੂ ਦੇ ਸਿਰ ਦੇ ਕੋਲ ਦੀ ਲੰਘੀ। ਗੁੱਸੇ ਭਰੀਆਂ ਕਈ ਆਵਾਜ਼ਾਂ ਹਵਾ ਨੂੰ ਚੀਰ ਗਈਆਂ। ਤਨਵੀਰ ਛਾਲ ਮਾਰ ਕੇ ਪਿਛਲੀ ਸੀਟ ਤੇ ਬੈਠ ਗਿਆ। ਨੀਮਾ ਨੇ ਮੈਨੂੰ ਬਾਹੋਂ ਫੜ ਕੇ ਅਗਲੀ ਸੀਟ ਤੇ ਧੱਕ ਕੇ ਬਿਠਾ ਦਿੱਤਾ ਤੇ ਜੀਪ ਨੂੰ ਚਾਲੂ ਕਰ ਦਿੱਤਾ, ਜਿਵੇਂ ਇੱਕ ਮਾਰਗੀ ਦੌੜ ਦੀ ਵਿਧੀ ਅਨੁਸਾਰ ਹੋਵੇ। ਮੈਨੂੰ ਗੁੱਸੇ ਨਾਲ ਪਿੱਛੇ ਵੇਖਿਆ। ਸ਼ਾਇਦ ਬੰਦੂਕ ਚਲਾਉਣ ਦੀ ਖੁਸ਼ੀ ਕਰਨ ਜਾਂ ਕਿਸੇ ਹੋਰ ਚੀਜ਼ ਨੇ ਮੇਰੇ ਜ਼ਖਮੀ ਹਉਮੈ ਨੇ ਮੈਨੂੰ ਆਪਣੀ ਸਰਕਾਰੀ ਰਿਵਾਲਵਰ ਚਲਾਉਣ ਲਈ ਪ੍ਰੇਰਿਆ, ਤੇ ਮੈਂ 2 ਗੋਲੀਆਂ ਉਸ ਕਾਲੇ ਬੱਦਲ ਵਰਗੇ ਝੁੰਡ ਵੱਲ ਚਲਾ ਦਿੱਤੀਆਂ, ਜੋ ਜੀਪ ਪਿੱਛੇ ਲੱਗੀ ਲਾਲ ਬੱਤੀ ਵੱਲ ਦੌੜਦਾ ਆ ਰਿਹਾ ਸੀ। ਸਾਡੇ ਥੱਲਿਓਂ ਜ਼ਮੀਨ ਇਸ ਤਰ੍ਹਾਂ ਡੋਲ ਰਹੀ ਸੀ, ਜਿਵੇਂ ਸਾਰੇ ਆਲੇ ਦੁਆਲੇ ਦੀ ਧਰਤੀ ਤੇ ਛੋਟਾ ਜਿਹਾ ਭੁਚਾਲ ਆ ਗਿਆ ਹੋਵੇ। ਅਸੀਂ ਜਲਦੀ ਹੀ ਚਾਲਸਾ ਚਾਹ ਬਾਗਾਂ ਦੀ ਪਹਾੜੀ ਤੇ ਚੜ੍ਹ ਗਏ ਤੇ ਸਾਹ ਲੈਣ ਲਈ ਜੀਭ ਰੋਕ ਦਿੱਤੀ। ਗੁੱਸੇ ਵਿੱਚ ਆਏ ਹਾਥੀਆਂ ਦੇ ਝੁੰਡ ਨੇ ਤਬਾਹੀ ਮਚਾ ਦਿੱਤੀ। ਜਾਨਵਰਾਂ ਨੇ ਚਾਹ ਦੀਆਂ ਝਾੜੀਆਂ ਉਖਾੜ ਦਿੱਤੀਆਂ ਤੇ ਸਾਹ ਲੈਣ ਲਈ ਬਣੀਆਂ ਝੁੱਗੀਆਂ ਵੀ ਢਾਹ ਦਿੱਤੀਆਂ। ਗੋਲੀਆਂ ਦੀ ਆਵਾਜ਼ ਤੇ ਹਲਚਲ ਨੇ ਚਾਹ ਬਾਗਾਂ ਦੇ ਅਮਲੇ ਨੂੰ ਚੌਕਸ ਕਰ ਦਿੱਤਾ। ਉਹਨਾਂ ਵਿੱਚੋਂ ਕੁੱਲ 12 ਬੋਰ ਦੀਆਂ ਬੰਦੂਕਾਂ ਸਨ। ਕੁਝ ਕੋਲ 12 ਬੋਰ ਦੀਆਂ ਬੰਦੂਕਾਂ ਸਨ। ਕਾਫੀ ਗਿਣਤੀ ਵਿੱਚ ਮਜ਼ਦੂਰ ਵੀ ਬੈਟਰੀਆਂ, ਤੀਰ ਕਮਾਨ ਦੇ ਨੇਜੇ ਲੈ ਕੇ ਆ ਗਏ। ਮੈਨੂੰ ਬੈਟਰੀ ਦੇ ਚਾਨਣ ਵਿੱਚ ਜਾਪਿਆ ਕਿ ਲਗਭਗ 70 ਆਦਮੀ ਮਗਰ ਇਕੱਠੇ ਹੋ ਗਏ ਸਨ। ਉਸ ਨਾਲ ਮੈਨੂੰ ਇੱਕ ਖਿਆਲ ਆਇਆ ਕਿ ਮੈਂ ਕਮਾਈ ਖਾਨੇ 'ਚ ਪੁਲਿਸ ਦੇ ਸਿਪਾਹੀਆਂ ਤੇ ਜੰਗਲ ਦੇ ਰਾਖਿਆਂ ਨੂੰ ਸੂਚਿਤ ਕੀਤਾ ਤੇ ਆਦੇਸ਼ ਦਿੱਤਾ ਕਿ ਉਸ ਪਿਛਲੇ ਪਾਸੇ ਤੋਂ ਹਾਥੀਆਂ ਦੇ ਝੁੰਡ ਤੇ ਹਮਲਾ ਕਰਨ। ਉਹ ਜਲਦੀ ਨਾਲ ਆ ਗਏ। ਕਾਹਲੀ 'ਚ ਚਲਸਾ ਵਣ ਰੇਂਜਰ ਤੇ ਚਾਹ ਬਾਗਾਂ ਦੇ ਮੈਨੇਜਰ ਨਾਲ ਕੀਤੀ ਕਾਨਫਰੰਸ ਵਿੱਚ ਅਸੀਂ ਯੁੱਧ ਨੀਤੀ ਤਿਆਰ ਕਰ ਲਈ। ਅਸੀਂ ਚਾਲਸਾ ਵਾਲੀ ਟੋਲੀ ਨੂੰ 3 ਹਮਲਾਵਰਾਂ ਟੋਲੀਆਂ ਵਿੱਚ ਵੰਡ ਦਿੱਤਾ ਤੇ ਕਮਾਈ ਟੋਲੀ ਨੂੰ ਖੱਬੇ ਪਾਸੇ ਦੀ ਰਾਖੀ ਕਰਨ ਨੂੰ ਕਿਹਾ। ਇਸ ਤਰ੍ਹਾਂ ਘਿਰਿਆ ਝੁੰਡ ਅਚਾਨਕ ਖਲੋ ਗਿਆ। ਮੇਰੇ ਵੱਲੋਂ ਸੰਕੇਤ ਕਰਨ ਤੇ ਦਰਜਨ ਬੰਦੂਕਾਂ ਚੋਂ ਇੱਕੋ ਵਾਰ ਝੁੰਡ ਤੇ ਸਿਰ ਉੱਤੋਂ ਦੀ ਗੋਲੀਆਂ ਚਲਾਈਆਂ ਗਈਆਂ। ਆਦੀਵਾਸੀ ਮਜ਼ਦੂਰਾਂ ਨੇ ਅੱਗ ਵਰਸਾਉਂਦੇ ਨਕੀਲੇ ਤੀਰ ਸਿੱਧੇ ਝੁੰਡ ਤੇ ਚਲਾਏ। ਕੁਝ ਹਿੰਮਤੀ ਲੋਕਾਂ ਨੇ ਢੋਲ ਤੇ ਨਰਸਿੰਘੇ ਵਜਾਉਣੇ ਸ਼ੁਰੂ ਕਰ ਦਿੱਤੇ। ਸੰਭਵ ਤੌਰ ਤੇ ਮਨੁੱਖਾਂ ਵੱਲੋਂ ਇਸ ਭਾਰੀ ਸ਼ੋਰ ਨੇ ਹਾਥੀਆਂ ਦੇ ਝੁੰਡ ਦੇ ਆਗੂਆਂ ਨੂੰ ਘਬਰਾਹਟ ਪਾ ਦਿੱਤੀ। ਉਸਨੇ ਆਪਣੀ ਸੁੰਡ ਉੱਪਰ ਉਠਾਈ ਤੇ 3 ਛੋਟੀਆਂ ਚੀਕਾਂ ਮਾਰੀਆਂ। ਝੁੰਡ ਦੇ ਦੂਸਰੇ ਹਾਥੀਆਂ ਨੇ ਵੀ ਵੈਸੀਆਂ ਹੀ ਚੀਕਾਂ ਮਾਰੀਆਂ ਤੇ ਆਪਣੀਆਂ ਸੁੰਡਾਂ ਜਲ ਧਾਰਾ ਦਰਿਆ ਦੇ ਤਲ ਵੱਲ ਕਰ ਲਈਆਂ, ਜਿਹੜਾ ਪਣ ਬਿਜਲੀ ਸਟੇਸ਼ਨ ਦੇ ਮਗਰ ਦੀ ਮੋੜਾ ਖਾਂਦਾ ਲੰਘਦਾ ਸੀ। ਉੱਥੋਂ ਉਹ ਭੂਟਾਨ ਦੇ ਜੰਗਲਾਂ ਵਿੱਚ ਖਿਸਕ ਗਏ। ਅਸੀਂ ਜਿੱਤ ਦਾ ਅਹਿਸਾਸ ਕਰਦੇ ਹੋਏ ਅੱਗੇ ਵਧਦੇ ਗਏ ਤੇ ਮੈਂ ਆਪਣੇ ਰਿਵਾਲਵਰ ਚੋਂ ਹਵਾਈ ਫਾਇਰ ਕਰਦਾ ਗਿਆ। ਚਾਲਸਾ ਤੇ ਕਮਾਈ ਵੱਲੋਂ ਦਲ ਮੇਰੇ ਮਗਰ ਆਏ। ਪਹਿਲਾਂ ਤਾਂ ਗਤੀ ਧੀਮੀ ਸੀ, ਪਰ ਫਿਰ ਅਚਾਨਕ ਹਾਥੀਆਂ ਦਾ ਝੁੰਡ ਤੇਜ਼ ਰਫ਼ਤਾਰ ਨਾਲ ਦੌੜਨ ਲੱਗਾ। ਅਸੀਂ ਵੀ ਤੀਰਾਂ, ਨੇਜਿਆਂ ਤੇ ਢੋਲਾਂ ਨਾਲ ਇਕੱਠੇ ਹੋ ਕੇ ਅੱਗੇ ਵਧੇ। ਮੇਰੇ ਆਦੇਸ਼ ਤੇ ਬੰਦੂਕਾਂ ਚੋਂ ਗੋਲੀਆਂ ਚਲਾਉਣੀਆਂ ਬੰਦ ਕਰ ਦਿੱਤੀਆਂ ਗਈਆਂ। ਹੁਣ ਜਿੱਤ ਸਾਫ਼ ਦਿਸਦੀ ਸੀ। ਸਾਨੂੰ 1 ਹੋਰ ਕਿਲੋਮੀਟਰ ਭੂਟਾਨ ਦੀ ਅੰਤਰਰਾਸ਼ਟਰੀ ਸੀਮਾ ਦੇ ਪਾਰ ਉਹਨਾਂ ਦਾ ਪਿੱਛਾ ਕਰਨ ਦੀ ਜ਼ਰੂਰਤ ਸੀ। ਮੈਂ ਜਾਣਦਾ ਸੀ ਕਿ ਭੂਟਾਨੀ ਜੰਗਲ ਰਾਖੇ ਉਹਨਾਂ ਨੂੰ ਪਹਿਲੇ ਮੌਕੇ ਹੀ ਭਾਰਤ ਵੱਲ ਵੜਨ ਦੇਣਗੇ। ਭੂਟਾਨੀਆਂ ਨੂੰ ਵੀ ਭਾਰੀ ਖਤਰਾ ਸੀ। 1 ਮਹੀਨਾ ਪਹਿਲਾਂ ਹਾਥੀਆਂ ਦੇ ਸ਼ਰਾਰਤੀ ਝੁੰਡ ਨੇ ਸਾਮਚੀ ਵਿੱਚ ਭੂਟਾਨ ਦੇ ਸ਼ਾਹੀ ਸ਼ਰਾਬਖਾਨੇ ਦੇ ਅਮਲੇ ਦੇ ਕੁਆਟਰ ਤਹਿਸ਼ ਨਹਿਸ਼ ਕਰ ਦਿੱਤੇ ਸਨ। ਪਰ ਜੰਗ ਹੋਣ ਦੀ ਘੜੀ ਜਿੱਤ ਲਈ ਗਈ ਸੀ ਤੇ ਬਿਨਾਂ ਕਿਸੇ ਦੂਤਾਵਾਸੀ ਝਗੜੇ ਦੇ ਇਹ ਇੱਕ ਵੱਡੀ ਪ੍ਰਾਪਤੀ ਸੀ। ਰਹਿੰਦੀ ਰਾਤ ਮੈਂ ਰਾਗੋ ਵਿੱਚ ਦਵਾਈਆਂ ਲਈ ਜੜੀ ਬੂਟੀਆਂ ਦੇ ਬਾਗ ਦੇ ਆਰਾਮ ਘਰ ਵਿੱਚ ਲੰਘਾਈ। ਇਸ ਬਾਗ ਵਿੱਚ ਸਿਨਕੋਨਾ ਉਗਾਇਆ ਗਿਆ ਜਾਂਦਾ ਹੈ। ਸਿਨਕੋਨਾ ਕੀ ਹੁੰਦਾ ਪਤਾ ਬੋਲ ਵੀਰ? ਹਾਂਜੀ, ਸਿਨਕੋਨਾ ਕਿਹੜਾ ਸਿਨਕੋਨਾ ਚਿਨਕੋਨਾ? 1 ਮਿੰਟ, ਜੜੀ ਕਿੱਥੇ ਬੂਟੀ ਆ ਪੇਜ ਕੋਈ। ਪੇਜ ਕਿਹੜਾ? ਪੇਜ ਆ 61 61 ਪੈਰੇ ਕਿਹੜੇ ਤੇ ਆ? ਸੈਕੰਡ ਲਾਸਟ। ਭੂਟਾਨ ਦੇ ਜਲ ਖਿਸਕ ਗਏ। ਅੱਛਾ, ਸੈਕਿੰਡ ਲਾਸਟ ਸਿਨਕੋਨਾ ਉਗਾਇਆ ਜਾਂਦਾ ਹੈ। ਇਹ ਕੋਈ ਬੂਟੀ ਹੋਣੀ ਹੈ ਜਿਸ ਤੋਂ ਤਪਤ ਖੰਡ ਵਿੱਚ ਮਲੇਰੀਏ ਦੇ ਇਲਾਜ ਲਈ ਕੁਨੀਨ ਬਣਦੀ ਹੈ। ਅੱਛਾ, ਕੁਨੀਨ ਦੇ ਵਿੱਚ ਕੋਈ ਪੈਂਦਾ, ਜਿਹੜੀ ਕੁਨੀਨ ਦੀ ਗੋਲੀ ਆਉਂਦੀ ਹੈ, ਸਿਨਕੋਨਾ ਉਹ ਕੋਈ ਜੜੀ ਬੂਟੀ ਹੈ। ਜੇ ਤੁਸੀਂ ਰੱਖੋ ਕੰਟੀਨਿਊ। ਅਗਲੀ ਸਵੇਰ ਮੈਂ
ਗੋਰਬੂ ਥਾਣੇ ਵਿੱਚ ਬੈਠਾ ਸੀ ਤੇ ਮੈਨੂੰ ਕਈ ਫੋਨ ਅਚਾਨਕ ਆਏ। ਪਹਿਲਾ ਫੋਨ ਜਲਪਾਈਗੁੜੀ ਮੰਡਲ ਦੇ ਕਮਿਸ਼ਨਰ ਸਰੀਤਾ ਵੱਲੋਂ ਸੀ। ਉਸਨੇ ਮੇਰੇ ਲਈ ਕੁਝ ਚੋਣਵੇਂ ਸ਼ਬਦ ਵਰਤੇ ਜਿਹੜੇ ਮੈਂ ਸਦਾ ਹੀ ਸਤਿਕਾਰ ਪ੍ਰੇਮ ਨਾਲ ਪ੍ਰਵਾਨ ਕੀਤੇ ਤੇ ਅੰਤ ਵਿੱਚ ਬਦਮਾਸ਼ ਹਾਥੀ ਦੇ ਝੁੰਡ ਨੂੰ ਪਟਾਣ ਵੱਲ ਨਠਾਉਣ ਲਈ ਮੇਰਾ ਧੰਨਵਾਦ ਕੀਤਾ। ਐਸਪੀ ਸਾਹਿਬ ਨੇ ਵੀ ਵਧਾਈ ਦੇਣ ਲਈ ਫੋਨ ਕੀਤਾ। ਉਪ ਵਣ ਰੱਖਿਅਕ ਨੇ ਇਹ ਪੁੱਛਿਆ ਕਿ ਕਿਤਨੀਆਂ ਗੋਲੀਆਂ ਚਲਾਈਆਂ ਤੇ ਪਿੱਛੇ ਹਟੇ ਰਹੇ ਹਾਥੀਆਂ ਨੂੰ ਕਿਤਨੀਆਂ ਗੋਲੀਆਂ ਲੱਗੀਆਂ ਹੋਣਗੀਆਂ, ਪਰ ਮੇਰੇ ਉੱਤਰ ਨਾਲ ਉਸਦੀ ਤਸੱਲੀ ਨਾ ਹੋਈ। ਮਗਰੋਂ ਲਿਖਤੀ ਉੱਤਰ ਰਾਹੀਂ ਉਹਦੀ ਤਸੱਲੀ ਕਰਵਾਈ ਗਈ ਕਿ ਸਰਕਾਰੀ ਹਥਿਆਰਾਂ ਚੋਂ 5 ਗੋਲੀਆਂ ਸਰਕਾਰੀ ਹਥਿਆਰਾਂ ਚੋਂ 5 ਗੋਲੀਆਂ ਹੀ ਚਲਾਈਆਂ ਗਈਆਂ ਸਨ ਤੇ ਜਾਨਵਰਾਂ ਨੂੰ ਜਿਤਨੇ ਪ੍ਰੇਮ ਨਾਲ ਭੇਜਿਆ ਜਾ ਸਕਦਾ ਸੀ ਭੇਜ ਦਿੱਤਾ ਗਿਆ। ਪਰੰਤੂ ਸਭ ਤੋਂ ਵਧੀਆ ਫੋਨ 10 ਵਜੇ ਆਇਆ। ਜਨਾਬ DIG ਫੋਨ ਤੇ ਆ ਰਹੇ ਹਨ, ਕਿਰਪਾ ਕਰਕੇ ਫੋਨ ਸੁਣੋ। ਇੱਕ ਘਬਰਾਇਆ ਹੋਇਆ ਸਬ ਇੰਸਪੈਕਟਰ ਦੌੜ ਕੇ ਮੇਰੇ ਪਾਸ ਆਇਆ ਜਦੋਂ ਮੈਂ ਨੇੜਲੇ ਪਿੰਡ ਦੇ ਇੱਕ ਵਫਦ ਨਾਲ ਮੁਲਾਕਾਤ ਕਰ ਰਿਹਾ ਸੀ। ਮੈਂ ਦੌੜ ਕੇ ਫੋਨ ਤੇ ਗਿਆ ਤੇ ਸੁਭਾਵਿਕ ਹੀ ਅੱਗੋਂ ਫੋਨ ਤੇ ਗੱਲ ਕਰਨ ਵਾਲੇ ਨੂੰ ਜਨਾਬ ਕਹਿ ਕੇ ਸੰਬੋਧਨ ਕੀਤਾ। ਅੱਗੇ ਧੀਮਾ ਜਿਹਾ ਹਾਸਾ ਸੁਣਾਈ ਦਿੱਤਾ ਤੇ ਬਹੁਤ ਸਾਰੀਆਂ ਸ਼ੁਭ ਇੱਛਾਵਾਂ। ਫੋਨ ਤੇ ਮੇਰੀ ਮੰਗੇਤਰ ਸੀ। ਇਹ ਸਭ ਤੋਂ ਵੱਡਾ ਇਨਾਮ ਸੀ ਜਿਸ ਦੀ ਮੈਨੂੰ ਕੋਈ ਉਮੀਦ ਨਹੀਂ ਸੀ। ਮੈਂ ਉਸਨੂੰ ਯਕੀਨ ਦਿਵਾਇਆ ਕਿ ਮੈਂ ਅਜਗਰਾਂ ਦਾ ਸ਼ਿਕਾਰੀ ਨਹੀਂ ਹਾਂ ਤੇ ਮੈਂ ਬੇਲੋੜੇ ਖਤਰੇ ਵੀ ਨਹੀਂ ਸਹੇੜਾਂਗਾ। ਉਸਨੂੰ ਪਤਾ ਸੀ ਕਿ ਇਹ ਝੂਠਾ ਇਕਰਾਰ ਹੈ, ਮੇਰੇ ਤੇ ਖਤਰਿਆਂ ਦਾ ਦਾਮਨ ਚੋਲੀ ਦਾ ਸਾਥ ਹੈ। ਹਾਂਜੀ ਵੀਰ ਜੀ, ਇੱਥੇ ਖਤਮ ਕਰੀਏ ਫਿਰ ਇੱਥੋਂ ਗਾੜੀ। ਹਾਂਜੀ ਹਾਂਜੀ, ਮਿੱਠਣ ਚੱਕਰਵਰਤੀ ਸੀ ਨਾ ਫਿਰ। ਆਹੋ ਚਲੋ ਵਧੀਆ ਚੀਜ਼ ਹੋ ਜਾਂਦੀ। ਇੱਕ ਮਿੰਟ ਤੁਸੀਂ ਕਰਿਓ ਗੱਲਬਾਤ। ਹਾਂਜੀ, ਇਹਨੂੰ ਇੱਥੇ ਸਮਾਪਤੀ ਕਰਦੇ ਹਾਂ। ਬਾਕੀ ਇਹਦਾ ਜਿਹੜੀ ਬੁੱਕ ਪੜ੍ਹਨ ਦਾ ਇਹ ਤਾਂ ਵੀ ਤੁਹਾਨੂੰ ਥੋੜ੍ਹੀ ਜਿਹੀ ਸਾਰਿਆਂ ਨੂੰ ਨਾ ਜਿਹੜੀ ਇੰਟਰਸਟ ਹੋਊਗਾ ਇਹ ਬੇਸ ਬਣ ਜਾਵੇ ਕਿ ਪੁਲਿਸ ਵਾਲੇ ਕਿਵੇਂ ਕੰਮ ਕਰਦੇ ਆ ਤੇ ਉਹ ਜਿਹੜਾ ਨੈਰੇਟਿਵ ਉਹ ਕਿਵੇਂ ਰੱਖਦੇ ਆ ਬੁੱਕਾਂ ਦੇ ਰਾਹੀਂ ਜਾਂ ਆਰਟੀਕਲ ਦੇ ਰਾਹੀਂ, ਜਾਂ ਉਹ ਬਾਅਦ ਦੇ ਵਿੱਚ ਲਿਖਵਾਇਆ ਜਾਂਦਾ ਵੀ ਉਹ ਬੜੇ ਭਾਵੁਕ ਹੁੰਦੇ ਆ, ਬੜੇ ਉਹ ਕੰਡੀਸ਼ਨਾਂ ਦੇ ਵਿੱਚ ਕੰਮ ਕਰਦੇ, ਹਾਰਸ਼ ਕੰਡੀਸ਼ਨਾਂ ਦੇ ਵਿੱਚ, ਤੇ ਜਿਹੜੀ ਉਹ ਗੱਲ ਦਿੱਤੀ ਜਾਂਦੀ ਹੈ ਵੀ ਮੋਰਾਲ ਡਾਊਨ ਹੋ ਜਾਂਦਾ। ਇਸ ਤਰ੍ਹਾਂ ਇਹ ਬੁੱਕਾਂ ਦਾ ਇਹ ਤਾਂ ਕਰਕੇ ਆ ਵੀ ਸ਼ੁਰੂਆਤ ਮਤਲਬ ਵੀ ਸਾਰੀ ਬੁੱਕ, ਹਾਲਾਂਕਿ ਇਹਦੇ ਵਿੱਚੋਂ ਆਪਣੇ ਦੀ ਪੰਜਾਬ ਦੇ ਰਿਲੇਟਡ ਕੁਛ ਨਹੀਂ ਉਹ ਬਾਅਦ ਦੇ ਵਿੱਚ ਆਉਣਾ, ਪਰ ਇਹ ਬੇਸ ਬਣ ਜਾਣਾ ਵੀ ਇਕੱਲਾ ਸਾਡੇ ਨਾਲ ਨਹੀਂ, ਇਹ ਹਰ ਇੱਕ ਨਾਲ ਹੀ ਇਵੇਂ ਕਰਦੇ ਆ, ਇਹਨਾਂ ਦਾ ਤਰੀਕਾ। ਤੇ ਇਹਦੇ ਚੋਂ ਹੀ ਅਸੀਂ ਲੱਭਣਾ ਹੈਗਾ ਵੀ ਅਸੀਂ ਉਹਨਾਂ ਨੂੰ ਹਰਾਉਣਾ ਕਿਵੇਂ ਆ। ਵੀ ਇਹ ਤਾਂ ਕਰਕੇ ਇਹ ਸਾਰਾ ਇਹ ਪਿੱਛੋਂ ਵੀ ਇਹ ਬੁੱਕ ਪੂਰੀ ਪੜ੍ਹਨ ਦੀ ਅਸੀਂ ਟਰਾਈ ਕਰ ਰਹੇ ਹਾਂ। ਹਾਂਜੀ ਹਰਜਿੰਦਰ ਭਾਜੀ, ਜੇ ਤੁਸੀਂ ਉੱਪਰ ਆਉਣਾ ਚਾਹੋ ਤੇ ਜ਼ਰੂਰ, ਨਹੀਂ ਤਾਂ ਜਾ ਸਿੰਘ ਜੀ ਫਿਰ ਕਰ ਦਿਓ ਸਮਾਪਤੀ ਇੱਥੇ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹਨੂੰ ਕੰਟੀਨਿਊ ਕਰ ਰਹੇ ਹੋ। ਹਾਂਜੀ ਵੀਰ ਜੀ, ਕਰਨੀ ਕਿ ਕਰਦਾ ਕਲੋਜ਼? ਹਾਂਜੀ ਕਰ ਦਿਓ ਕਲੋਜ਼। ਹਾਂ ਚਲੋ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।